अस्सलाम वालेकुम, नमस्ते, सत श्री अकाल। ਗਿਮੀ ਟੀਵੀ ਯੂਕੇ ਦੀ ਪੰਜਾਬੀ ਬੈਠਕ ਤੋਂ ਤੁਹਾਡੇ ਨਾਲ ਹੈ ਜੀ ਤੁਹਾਡੀ ਆਪਣੀ ਦੋਸਤ ਤੇ ਹੋਸਟ ਸ਼ਗੁਫਤਾ ਗਿਮੀ ਲੋਧੀ। ਔਰ ਅੱਜ ਦੀ ਪੰਜਾਬੀ ਬੈਠਕ ਜਿਹੜੀ ਹੈ ਉਹ ਬੜੀ ਜ਼ਬਰਦਸਤ ਕਿਸਮ ਦੀ ਪੰਜਾਬੀ ਬੈਠਕ ਹੋਣ ਵਾਲੀ ਹੈ ਜਨਾਬ ਸੱਜਣੋ ਤੇ ਮਿੱਤਰੋ। ਜਿੱਥੇ ਜਿੱਥੇ ਪੂਰੀ ਦੁਨੀਆ 'ਚ ਆਪਣੇ ਪੰਜਾਬੀ ਬੈਠੇ ਹੋ, ਤੁਹਾਨੂੰ ਮੈਂ ਵੀ ਦੱਸਾਂ ਕਿ ਹਰ ਕਿਸੇ ਦਾ ਬੈਕਗਰਾਉਂਡ ਜਿਹੜਾ ਵੈ ਉਹ ਅਦਬੀ ਨਹੀਂ ਹੁੰਦਾ। ਤੇ ਵੱਡੀ ਇਹ ਗੱਲ ਹੈ ਕਿ ਅਦਬੀ ਮਾਹੌਲ ਚੋਂ ਤੁਸੀਂ ਨਿਕਲ ਕੇ ਉਹਦਾ ਤੁਹਾਡੇ ਤੇ ਅਸਰ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਪੈਂਦਾ ਹੀ ਆ। ਲੇਕਿਨ ਇਹ ਵੇ ਕਿ ਜੇ ਕਿਸੇ ਦਾ ਅਦਬੀ ਮਾਹੌਲ ਹੀ ਨਾ ਹੋਏ ਔਰ ਉਹ ਫੇਰ ਵੀ ਕੋਈ ਐਸਾ ਕੰਮ ਕਰਦੇ, ਉਹ ਐਸਾ ਪੰਜਾਬੀ ਵਾਸਤੇ ਕੰਮ ਕਰ ਲੇ, ਆਪਣੀ ਮਾਂ ਬੋਲੀ ਵਾਸਤੇ, ਔਰ ਜਿੱਥੇ ਜਿੱਥੇ ਉਹ ਗੈਪ ਹੋਵੇ ਉਹਨੂੰ ਫਿਲਅਪ ਕਰਦੇ, ਉਹ ਕਿੱਡੀ ਕੁ ਮਹਾਨ ਸ਼ਖਸੀਅਤ ਹੋਏਗੀ। ਤੇ ਐਸੀ ਹੀ ਇੱਕ ਸ਼ਖਸੀਅਤ ਅਸੀਂ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ, ਡਾਕਟਰ ਸਾਇਮਾ ਸ਼ਬਾਨ ਨੂੰ। ਔਰ ਆਓ ਗੱਲਬਾਤ ਕਰਨੀ ਹੈ। ਜੀ ਆਇਆਂ ਨੂੰ ਡਾਕਟਰ ਸਾਹਿਬਾ, ਕੀ ਹਾਲ ਚਾਲ ਹੈ ਤੁਹਾਡਾ? ਗਿਮੀ ਟੀਵੀ ਤੁਹਾਨੂੰ ਬਹੁਤ ਬਹੁਤ ਵੈਲਕਮ ਕਰਦਾ ਹੈ ਜੀ। ਦੱਸੋ ਜਨਾਬ, ਕਿੱਥੋਂ ਆਏ ਹੋ ਤੇ ਕਿੱਥੇ ਪੈਦਾ ਹੋਏ ਤੇ ਕਿਵੇਂ? ਇੱਕ ਅਦਬੀ ਘਰ ਦੇ ਵਿੱਚ ਵੀ ਨਹੀਂ ਸੀ ਤੁਸੀਂ ਤੇ ਕੰਮ ਇੰਨਾ ਕਰ ਲਿਆ ਕਿ 5 ਖੋਜ ਦੀਆਂ ਕਿਤਾਬਾਂ ਆ ਗਈਆਂ, ਸਿੱਖ ਧਰਮ ਦਾ ਇਤਿਹਾਸ, ਸਿੱਖ ਲਖਿਆਰ, ਸਹਿ ਜ਼ਬਾਨੀ ਲੁਗਤ ਜਿਹੜੀ ਕਿ ਪੰਜਾਬੀ ਉਰਦੂ ਅੰਗਰੇਜ਼ੀ 'ਚ, ਫਿਰ ਉਹਦੇ ਬਾਅਦ ਕੀ ਜਾਨਾ ਮੈਂ ਕੌਣ ਇੱਕ ਆ ਗਈ, ਦੂਜੀ ਫੇਰ ਕੀ ਜਾਨਾ ਮੈਂ ਕੌਣ ਆ ਗਈ, ਜਿਹਦੇ ਵਿੱਚ ਤੁਸੀਂ ਜਨਾਬੇ ਅਲੀ ਜਿਹੜੀ ਨਵੀਂ ਪੰਜਾਬੀ ਨਜ਼ਮ ਦੇ ਵਿੱਚ ਸੂਫੀਆਨਾ ਅੰਸਰ ਹੈ ਉਹਨੂੰ ਵੀ ਪਾ ਲਿਆ। ਤੇ ਇੰਨਾ ਸਾਰਾ ਕੁਝ ਕਰ ਲਿਆ। ਹੋਰ ਵੀ ਬੜੀ ਲੰਬੀ ਇੱਕ ਲਿਸਟ ਹੈ ਔਰ ਬੜਾ ਖੁਸ਼ੀ ਹੋਈ ਮੈਨੂੰ। ਖੈਰ ਤੁਹਾਡੇ ਨਾਲ ਉਂਝ ਵੀ ਰਾਬਤਾ ਰਹਿੰਦਾ ਵੈ, ਤੇ ਆਥਰ ਵੀ ਹੋ, ਰਿਸਰਚਰ ਵੀ ਹੋ, ਕੋਲਮਨਿਸਟ ਵੀ ਹੋ, ਟ੍ਰੇਨਰ ਵੀ ਹੋ, ਤੇ ਫਿਰ ਟਰਾਂਸਲੇਟਰ ਵੀ ਹੋ, ਤੇ ਸਭ ਤੋਂ ਜਿਹੜੀ ਵੱਡੀ ਗੱਲ ਕੰਸਲਟੈਂਟ, ਐਂਟਰਪ੍ਰੈਨਿਓਰ। ਵਾਹ ਜੀ ਵਾਹ। ਤੇ ਇਹ ਮੇਰੀ ਜਿਹੜੀ ਪੰਜਾਬੀ ਭੈਣ ਹੈ, ਮੈਨੂੰ ਇਹ ਦੱਸੇ ਕਿ ਇਹ ਜਿਹੜਾ ਡਾਕਟਰੀ ਤੱਕ ਦਾ ਸਫ਼ਰ ਕੀ ਬਹੁਤ ਮੋਟੀਵੇਸ਼ਨ ਸੀ ਜਾਂ ਕਿਸ ਤਰ੍ਹਾਂ ਦੇ ਹਾਲਾਤ ਸੀ? ਥੋੜਾ ਦੱਸੋ, ਪਿੱਛੇ ਚੱਲੀਏ ਜ਼ਰਾ ਥੋੜਾ ਜਿਹਾ, ਫਿਰ ਫਟਾਫਟ ਅੱਗੇ ਆਵਾਂਗੇ ਅਸੀਂ ਤੁਹਾਡੇ। वालेकुम अस्सलाम, बहुत शुक्रिया। ਤੁਹਾਨੂੰ ਕੋਈ ਪਹਿਚਾਨ ਦੀ ਔਰ ਪੂਰੀ ਦੁਨੀਆ ਦੇ ਵਿੱਚ ਤੁਸੀਂ ਪੰਜਾਬੀ ਦਾ ਜਿਸ ਤਰ੍ਹਾਂ ਵਿਚਾਰ ਕਰ ਰਹੇ ਹੋ ਔਰ ਪੰਜਾਬੀ ਨੂੰ ਅਦਬੀ ਸਤ੍ਹਾ ਤੇ ਲੈ ਕੇ ਚੱਲ ਰਹੇ ਹੋ, ਔਰ तीनों लिखतां राही अपनी सोच दे नाल ਜਿਹੜੇ ਤੁਸੀਂ ਆਪਣਾ ਖਾਸ ਹਿੱਸਾ ਪਾ ਰਹੇ ਹੋ ਅਦਬ ਦੇ ਵਿੱਚ, ਉਹਦੇ ਵਾਸਤੇ ਤੇ ਮੈਨੂੰ ਤੁਹਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਮੈਂ ਤੁਹਾਡੇ ਪ੍ਰੋਗਰਾਮ ਦਾ ਇੱਕ ਛੋਟਾ ਜਿਹਾ ਹਿੱਸਾ ਬਣ ਕੇ ਇੱਕ ਆਪਣੀ ਮੈਮਰੀ ਦੇ ਵਿੱਚ ਵੀ ਇੱਕ ਅੱਛਾ ਜਿਹੜਾ ਪੁਆਇੰਟ ਹੈ ਉਹ ਐਡ ਕਰ ਰਹੀ ਹਾਂ ਕਿ ਮੇਰੀ ਆਵਾਜ਼ ਤੁਹਾਡੇ ਜ਼ਰੀਏ ਬਹੁਤ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ ਔਰ ਕੁਝ ਪੰਜਾਬੀ ਹੋਣ ਦਾ ਹੱਕ ਵੀ ਅਦਾ ਕਰਨ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ। ਅੱਛਾ, ਮੇਰੇ ਸਫ਼ਰ ਦਾ ਤੁਸੀਂ ਕਿਹਾ ਤਾਂ ਮੇਰਾ ਖਿਆਲ ਹੈ ਕਿ ਪੰਜਾਬੀ ਤੇ ਉਹ ਬੋਲੀ ਹੈ ਜਿਸ ਨੂੰ ਬਚਪਨ ਤੋਂ ਹੀ ਅਸੀਂ ਸੁਣਦੇ ਆ ਰਹੇ। 19ਵੀਂ ਸਦੀ ਦਾ ਜਦੋਂ ਸ਼ੁਰੂ ਹੁੰਦੀ ਹੈ ਤੇ ਉਦੋਂ ਤੇ ਲਿਸਾਨੀਅਤ ਹੈ ਹੀ ਨਹੀਂ ਸੀ, ਜ਼ੁਬਾਨਾਂ ਨਹੀਂ ਸੀ, ਇਸ਼ਾਰੇ ਸੀ, ਸੂਤੀਆਤ ਸੀ, ਪੱਖੂਆਂ ਦੀ ਆਵਾਜ਼ਾਂ ਸੁਣਦੇ ਸੀ। ਫਿਰ ਸਫ਼ਰ ਕਰਦੇ ਕਰਦੇ ਲਕੀਰੀ ਸੂਰਤ, ਹੱਥ, ਇਸ ਤਰ੍ਹਾਂ ਲਿਖਤਾਂ ਇਜਾਦ ਹੋਈਆਂ। ਤੇ ਫਿਰ ਜਦੋਂ ਪੰਜਾਬ ਹਰ ਇਲਾਕੇ, ਹਰ ਕੌਮ ਉਹਦੀ ਜ਼ੁਬਾਨ ਦੇ ਹਿਸਾਬ ਨਾਲ ਪਹਿਚਾਨੇ ਜਾਣ ਲੱਗੇ, ਅੱਖਰ, ਜੁਮਲੇ ਔਰ ਇਸ ਤਰ੍ਹਾਂ ਜ਼ੁਬਾਨਾਂ ਦੀ ਇਜਾਦ ਤੋਂ ਬਾਅਦ ਜਦੋਂ ਪੰਜਾਬੀ ਵੱਲ ਆਉਂਦੇ ਆ ਤੇ ਪੰਜਾਬ ਦੇ ਵਿੱਚ ਪੰਜਾਬੀ ਜਿੰਨੀ ਮਿੱਠੜੀ ਜ਼ੁਬਾਨ ਹੈ, ਸੁਣਨ ਵਿੱਚ ਵੀ, ਬੋਲਣ ਵਿੱਚ ਵੀ, ਮਹਿਸੂਸ ਕਰਨ ਵਿੱਚ ਵੀ ਔਰ ਸੋਚਣ ਵਿੱਚ ਵੀ। ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲਦੇ ਪਏ ਹੋ ਨਾ ਡਾਕਟਰ ਸਾਇਮਾ। ਮੈਂ ਅਸਲ 'ਚ ਇਹ ਤਵਾਰੀਖ ਦਾ ਤੇ ਫਿਰ ਵੀ ਸਾਡੇ ਬਹੁਤ ਸਾਰੇ ਮਿੱਤਰਾਂ ਨੂੰ ਪਤਾ ਹੈ, ਮੈਂ ਅਸਲ 'ਚ ਡਾਕਟਰ ਬਣਨ ਤੋਂ ਪਹਿਲੇ ਸਾਇਮਾ ਸ਼ਬਾਨ ਦਾ ਪੇਕਾ ਸਾਈਡ, ਸੋਹਰਾ ਸਾਈਡ, ਆਪਣੀ ਕਿਹੜੀ ਜਗ੍ਹਾ, ਕੀ ਪਿੱਛੋਂ ਪ੍ਰੀ ਪਾਰਟੀਸ਼ਨ ਤੋਂ ਮਾਪੇ ਕਿੱਥੋਂ ਆਏ, ਮੈਂ ਉਹ ਮੁਖਤਸਰ ਜਿਹਾ ਕਿ ਇੱਕ ਐਂਟਰਪ੍ਰੈਨਿਓਰ, ਇੱਕ ਜਿਹੜੀ ਗੈਪ ਫਿਲ ਕਰ ਰਹੀ ਔਰਤ ਆ, ਉਹ ਕਿੱਥੋਂ ਚੱਲੀ, ਥੋੜਾ ਜਿਹਾ ਮੈਨੂੰ ਉਹ ਦੱਸੋ ਜ਼ਰਾ। ਮੇਰਾ ਤੇ ਮੈਮਰੀ ਦਾ ਸਫ਼ਰ ਹੀ ਅੰਦਰੂ ਬਾਟੀਕੇਟ ਤੋਂ ਸ਼ੁਰੂ ਹੋਇਆ ਔਰ 1976 ਤੋਂ ਚੱਲਦਾ ਆ ਰਿਹਾ ਸਫ਼ਰ, ਔਰ ਵਿਕਟੋਰੀਆ ਗਵਰਨਮੈਂਟ ਜਿਹੜਾ ਸਕੂਲ ਸੀ ਲੁਹਾਰੀ ਦਾ, ਉੱਥੋਂ ਦੀ ਯਾਦਾਂ ਤੱਕ ਚੱਲਦਾ ਰਿਹਾ। ਫਿਰ ਪੰਜਾਬੀ ਤੱਕ ਦਾ ਜਿੱਥੋਂ ਸਫ਼ਰ ਸੀ ਉਹ ਲਾਹੌਰ ਕਾਲਜ ਬਰਾਏ ਹਵਾਤੀਨ 1992 ਦਾ ਸਫ਼ਰ ਹੈ, ਜਿੱਥੋਂ ਅਦਬੀ ਸਤ੍ਹਾ ਤੇ ਮੈਂ ਪਹਿਲੀ ਦਫਾ ਸ਼ਾਇਦ ਐਡੀ ਵੱਡੀ ਲਾਇਬ੍ਰੇਰੀ ਦੇਖੀ ਸੀ
ਹਾਂ ਆਪਣੇ ਫਸਟ ਡੇ ਆਫ ਕਾਲਜ ਸਭ ਨੂੰ ਯਾਦ ਹੋਏਗਾ, ਲੇਕਿਨ ਜਿਸ ਤਰ੍ਹਾਂ ਮੈਨੂੰ ਯਾਦ ਹੋਏਗਾ ਉਹਨੇ ਘੱਟ ਹੀ ਲੋਕ ਹੋਣਗੇ, ਉਹੀ ਕਿਉਂਕਿ ਮੈਂ ਆਪਣੇ ਮੈਂ ਖਾਨਦਾਨ। ਉਹ ਵਾਲਾ ਜਿਹੜਾ ਤੁਹਾਡਾ ਸਫ਼ਰ ਹੈ ਨਾ, ਇੱਕ ਜੀ ਭਾਟੀ ਲੁਹਾਰੀ ਚੋਂ ਸਾਇਮਾ ਜੀ ਉੱਠਦੀ ਹੈ ਔਰ 92 ਦੇ ਵਿੱਚੋਂ ਲਾਹੌਰ ਕਾਲਜ ਜਾਂਦੀ ਹੈ। ਅੱਛਾ, ਜੀ ਤੁਹਾਨੂੰ ਪਤਾ ਹੈ ਅਸੀਂ ਉਦੋਂ ਲਾਹੌਰ ਕਾਲਜ ਤੋਂ ਫਾਰਿਗ ਹੋ ਕੇ ਨਾ 92 ਚ ਮੈਂ ਜੀ ਇੱਕ ਬੱਚੀ ਦੀ ਮਾਂ ਬਣ ਗਈ ਹੋਈ ਸਾਂ। 22 ਸਹੀ। 23ਵੇਂ ਵਰੇ ਚ ਮੈਂ ਪੈ ਗਈ ਸਾਂ, 22ਵਾਂ ਵਰਾ ਸੀ। ਅੱਛਾ ਔਰ ਮੇਰੇ ਐਮਏ ਦਾ ਇੱਕ ਪੇਪਰ ਮੈਂ ਆਪਣੇ ਵਿਆਹ ਤੋਂ ਬਾਅਦ ਦਿੱਤਾ ਸੀ। ਤੇ ਇਸ ਲਈ ਮੈਂ ਬਹੁਤ ਕੀਨ ਆ ਕਿ ਜੀ ਆਪਣੇ ਅੰਦਰੂਨ ਲਾਹੌਰ ਸ਼ਹਿਰ ਦੀ ਸਾਇਮਾ ਜਿਹੜੀ ਹੈ ਜੀ ਉਹ ਆਪਣਾ ਜਰਨੀ ਦੱਸੇ ਥੋੜਾ ਜਿਹਾ, ਤੇ ਫਿਰ ਜੀ ਕੀ ਥੋੜਾ ਬਹੁਤ ਪੰਜਾਬੀ ਵਾਸਤੇ ਕੋਈ ਔਕੜਾਂ ਸ਼ੌਕੜਾਂ ਆਈਆਂ, ਜੀ ਕੋਈ ਪੇਕਿਆਂ ਵੱਲੋਂ ਕੋਈ ਸਹੁਰਿਆਂ ਵੱਲੋਂ, ਸਾਡੀ ਜ਼ਿੰਦਗੀ ਦਾ ਹਿੱਸਾ ਹੈ ਨਾ ਇਹ ਸਾਰਾ ਕੁਝ। ਤੇ ਹਿੱਸਾ ਨੇ ਜੀ। ਬਸ ਇਸੇ ਤਰ੍ਹਾਂ ਹੀ ਹੈ ਕਿ ਮੇਰੀ ਤੇ ਜਿਸ ਤਰ੍ਹਾਂ 1992 ਤੋਂ ਪੰਜਾਬੀ ਦੇ ਨਾਲ ਮੇਰਾ ਸਫ਼ਰ ਸ਼ੁਰੂ ਹੋਇਆ, ਔਰ ਲਾਹੌਰ ਕਾਲਜ ਦੀ ਲਾਇਬ੍ਰੇਰੀ ਇੱਕ ਸਮਝ ਲਓ ਕਿ ਮੇਰੇ ਵਾਸਤੇ ਇੱਕ ਅਲੱਗਾ ਦੁਨੀਆ ਔਰ ਕਾਇਨਾਤ ਸੀ, ਕਿਉਂਕਿ ਸਕੂਲ ਦੀ ਲਾਇਬ੍ਰੇਰੀ ਉਹ ਨਹੀਂ ਛੋਟੀ ਜੋ ਲਾਹੌਰ ਕਾਲਜ ਹਾਂ ਦੀ ਲਾਹੌਰ ਕਾਲਜ ਲਾਇਬ੍ਰੇਰੀ, ਔਰ ਹਾਂ ਫਿਰ ਦੁਨੀਆ ਔਰ ਸੈਫੁਲ ਮੁਲੂਕ ਔਰ ਹੀਰ ਔਰ ਹਾਂ ਵਾਰਿਸ ਸ਼ਾਹ ਹਾਂ ਅਸ਼ਫਾਕ, ਮਤਲਬ ਇੱਕ ਲਿਟਰੇਰੀ ਪੁਆਇੰਟ ਆਫ ਵਿਊ ਦੇ ਨਾਲ ਮੈਂ ਉਹਨੂੰ ਬਿਲਕੁਲ ਠੀਕ। ਲਿਖਣਾ ਸ਼ੁਰੂ ਕੀਤਾ। ਸਹੀ 4 ਸਾਲ ਇੱਥੇ ਰਹੇ, ਫਿਰ ਉਸ ਤੋਂ ਬਾਅਦ ਲਾਜ਼ਮੀ ਗੱਲ ਹੈ ਓਕਰਾਂ ਦੀ ਜਦੋਂ ਗੱਲ ਕੀਤੀ ਤੇ ਪੜ ਲੱਗ ਜਾਂਦੇ ਨੇ ਕਾਲਜ ਵਿੱਚ, ਉੱਡਣਾ ਸ਼ੁਰੂ ਕੀਤਾ, ਤੇ ਫਿਰ ਉਸ ਤੋਂ ਬਾਅਦ ਮੇਰੇ ਗ੍ਰੈਜੂਏਸ਼ਨ ਤੋਂ ਬਾਅਦ ਸ਼ਾਦੀ ਹੋ ਗਈ, ਔਰ ਬਲਕਿ ਗ੍ਰੈਜੂਏਸ਼ਨ ਦੀ ਡਿਗਰੀ ਵੀ ਮੈਂ ਸ਼ਾਦੀ ਤੋਂ ਬਾਅਦ ਹੀ ਲੈ ਕੇ ਆਈ ਆਪਣੇ ਹਸਬੰਡ ਨਾਲ। ਟਾਈਮਾ ਉਹ ਦੋ ਦਫਾ ਜ਼ਮਾਨਾ ਸੀ ਨਾ ਕਿ ਕੁੜੀ 3rd ਈਅਰ ਚ ਹੋਈ ਹੈ ਨਾ, ਜੀ ਸੈਕੰਡ ਤੇ ਈਅਰ ਰਿਸ਼ਤਾ ਨਹੀਂ ਦੇਖਣਾ 3rd ਸ਼ੁਰੂ। ਈਅਰ ਤੇ ਰਿਸ਼ਤੇ ਸ਼ੁਰੂ, ਔਰ ਉਹਦੇ ਜੀ ਬਾਅਦ 4th ਈਅਰ ਚ ਤੇ ਉਹ ਵਿਆਹ, ਮਤਲਬ ਇੱਕ ਨਾਰਮਲ ਇੱਕ ਜੀ ਲਾਹੌਰ ਦਾ ਕਲਚਰ ਸੀ। ਜੀ ਸਵਾਏ ਕਲਚਰ। ਕਿੰਮੀ ਸਾਹਿਬ ਐਸੇ ਬੰਦੇ ਮੈਂ ਦੇਖਿਆ ਉਸ ਟਾਈਮ ਦਾ, ਸਾਡੀਆਂ ਬਹੁਤ ਕਲਾਸ ਫੈਲੋ ਸੀ ਨਾ, ਸਲੀਮ ਖਾਨ ਗਿੰਮੀ ਨੂੰ ਮੇਰੇ ਮਾਮੇ ਆਏ ਕਿ ਕੁੜੀ ਜੀ ਵੱਡੀ ਜਵਾਨ ਹੋ ਗਈ ਹੈ ਤੇ ਬਸ ਕਰਦੇ ਪੜਾਈਆਂ ਪੜੂਈਆਂ, ਤੇ ਬੜਾ ਹੋ ਗਿਆ, ਕਿਤਾਬਾਂ ਦੀਆਂ ਦੁਨੀਆਂ ਹੋਰ ਹੁੰਦੀਆਂ ਨੇ, ਆਮ ਜ਼ਿੰਦਗੀ 'ਚ ਰਿਸ਼ਤੇ ਆ ਗਏ, ਇੱਕ ਦਾ ਇੱਧਰ ਕਰਦੇ ਦੂਜੀ ਦਾ। ਅੱਬਾ ਜੀ ਨੇ ਉਸ ਵਕਤ ਕਿਹਾ ਇਹ ਮੇਰੀਆਂ ਧੀਆਂ ਨੇ, ਇਹ ਸਲੀਮ ਖਾਨ ਗਿੰਮੀ ਦੀਆਂ ਧੀਆਂ ਨੇ, ਇਹ ਪੁੱਤਰਾਂ ਦੇ ਬਰਾਬਰ ਪੜਨਗੀਆਂ, ਤੁਸੀਂ ਆਪਣੀਆਂ ਧੀਆਂ ਵਿਆਹੋ। ਮੇਰੇ ਮਾਮੇ ਰੁੱਸ ਕੇ ਚਲੇ ਗਏ ਐਸੀ। ਇਸ ਲਈ ਮੈਂ ਸਫ਼ਰ ਤੁਹਾਡਾ ਪੁੱਛਣਾ ਚਾਹ ਰਹੀ ਹਾਂ, BA ਤੋਂ ਬਾਅਦ ਵਿਆਹ ਹੋ ਗਿਆ ਤੇ ਫਿਰ ਇਹ ਕੰਮ ਸ਼ਮ ਕੀ ਹੋਇਆ, ਅੱਗੇ ਬੱਚੇ ਵੀ ਹੋ ਗਏ ਹੋਣਗੇ। ਕੰਮ ਸ਼ਮ ਚੱਲਦਾ ਰਿਹਾ, ਜੁਆਇੰਟ ਫੈਮਿਲੀ ਸੀ, ਜ਼ਿੰਮੇਦਾਰ ਘਰਾਨਾ ਸੀ, ਔਰ ਸਭ ਕੁਝ ਚੈलेंज ਦੇ ਤੌਰ ਤੇ ਐਕਸੈਪਟ ਇਸ ਵਜ੍ਹਾ ਨਾਲ ਕੀਤਾ ਕਿ ਕਿਉਂਕਿ ਮੈਨੂੰ ਆਪਣੇ ਆਪ ਆਪਣੀ ਜ਼ਿੰਦਗੀ ਥੋੜੀ ਚੇਂਜ ਸ਼ੁਰੂ ਤੋਂ ਹੀ ਲੱਗ ਰਹੀ ਸੀ, ਔਰ ਲੱਗਦਾ ਵੀ ਸੀ ਕਿ ਸਿਰਫ ਬੱਚੇ ਪਾਲਣਾ, ਸ਼ੋਹਰ ਨੂੰ ਖਾਨਦਾਨ ਨੂੰ ਕਰਨਾ ਕਾਫੀ ਨਹੀਂ ਹੈ, ਕੁਝ ਡਿਫरेंट सोचना भी है और करके भी दिखाना है। और बहुत चुप चुप करके सफर करते रही, फैशन एंड टैक्सटाइल डिजाइनिंग ਦੇ ਕੋਰਸਿਸ ਕੀਤੇ, ਕੰਪਿਊਟਰ ਕੋਰਸਿਸ ਕੀਤੇ, ਫਿਰ ਐਮਏ ਦੇ ਵਿੱਚ ਦਾਖਲਾ ਪ੍ਰਾਈਵੇਟ ਹੀ, ਮਤਲਬ ਦਾਖਲਾ ਤੇ ਨਹੀਂ ਲਿੱਤਾ ਸੀ, ਸਿਰਫ ਪੇਪਰ ਦਿੱਤੇ ਸੀ। ਪੰਜਾਬ ਪਬਲਿਕ ਲਾਇਬ੍ਰੇਰੀ ਤੋਂ ਮੈਂ ਲਾਈਫ ਟਾਈਮ ਮੈਂਬਰਸ਼ਿਪ ਕਰ ਲਿੱਤੀ, ਉਤੋਂ ਕਿਤਾਬਾਂ ਵੱਡੀ ਲਾਇਬ੍ਰੇਰੀ ਨੋਟਸ ਸੀ। और ये सारा सफर शुरू ਕੀਤਾ। ਤੇ ਉਹ ਸਿਰਫ ਜਸਟ ਇੱਕ ਪੇਪਰ ਦੇਣ ਦੀ ਪਰਮਿਸ਼ਨ ਮਿਲ ਹੀ ਜਾਣੀ ਸੀ ਕਿ ਉਹ ਫਿਰ ਹਸਬੰਡ ਨੇ ਵੀ ਸਾਥ ਦਿੱਤਾ, ਬਾਕੀ ਵੀ। ਤੇ ਉਹ ਫਿਰ ਪੇਪਰ ਦੇ ਵਿੱਚ ਅੱਛੇ ਨੰਬਰ ਆਏ, ਫਿਰ ਬੇਟੀਆਂ ਸੀ ਮੇਰੀਆਂ 2, ਔਰ ਜਦੋਂ ਜਾਣਾ ਸ਼ੁਰੂ ਹੋਈਆਂ ਤੇ ਫਿਰ ਇਸ ਤੋਂ ਬਾਅਦ ਕੰਪਿਊਟਰ ਔਰ ਇਸ ਤਰ੍ਹਾਂ ਦੇ ਛੋਟੇ ਛੋਟੇ ਕੋਰਸਿਸ ਦੇ ਨਾਲ ਆਪਣੇ ਆਪ ਨੂੰ ਸਕਿਲਡ ਕੀਤਾ, ਲਿਖਣਾ ਸ਼ੁਰੂ ਕੀਤਾ। ਅੰਗਰੇਜ਼ੀ ਦੇ ਵਿੱਚ ਵੀ ਲਿਖਦੀ ਰਹੀ, ਉਰਦੂ ਵਿੱਚ ਵੀ ਲਿਖਦੀ ਰਹੀ, ਪੰਜਾਬੀ ਦੇ ਵਿੱਚ ਵੀ ਲਿਖਦੀ ਰਹੀ। ਕਿਆ ਬਾਤ। ਫਿਰ ਥੋੜਾ ਟਾਈਮ ਆਇਆ ਕਿ ਗੈਪ ਦਾ, ਬੱਚਿਆਂ ਦੀ ਪਰਵਰਿਸ਼ ਵਗੈਰਾ ਦੇ ਵਿੱਚ ਲੱਗ ਗਈ, 9 ਸਾਲ ਦਾ ਗੈਪ ਲਿੱਤਾ। ਉਸ ਤੋਂ ਬਾਅਦ ਜੁਆਇੰਟ ਫੈਮਿਲੀ ਸੀ ਔਰ ਬਹੁਤ ਜ਼ਿਆਦਾ ਕੰਟੀਨਿਊ ਕਰਨਾ ਮੁਸ਼ਕਿਲ ਸੀ। ਲਿਖਦੀ ਤੇ ਮੈਂ ਰਹੀ ਆ ਕੰਟੀਨਿਊਸਲੀ 12 ਇੰਚ 14 ਸਾਲਾਂ ਦੇ ਵਿੱਚ ਨਾ। ਤੇ ਉਸ ਤੋਂ ਬਾਅਦ ਫਿਰ ਤਕਰੀਬਨ 4 ਸਾਲ ਦਾ ਅਰਸਾ ਮੇਰੇ ਜਿਹੜੇ ਨੇ ਸੁਸਰ ਨੇ, ਫਾਦਰ ਇਨ ਲਾ, ਉਹਨਾਂ ਨੂੰ ਬ੍ਰੇਨ ਹੈਮਰੇਜ ਰਿਹਾ, 3 ਸਾਲ ਉਹਨਾਂ ਦੇ ਹਸਪੀਟਲ ਔਰ ਕਾਰ ਔਰ ਇਸੇ ਤਰ੍ਹਾਂ ਹੀ। ਫਿਰ ਉਹਨਾਂ ਦੀ ਜਦੋਂ ਫੋਤ ਹੋਏ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਲੱਗਦਾ ਸੀ ਕਿ ਘਰ ਜਿਵੇਂ ਖਾਲੀ ਹੋ ਗਿਆ ਹੈ, ਔਰ ਬਹੁਤ ਜ਼ਿਆਦਾ ਮਹਿਸੂਸ ਹੋਈ, ਕਮੀ ਮਹਿਸੂਸ ਹੁੰਦੀ ਸੀ। ਫਿਰ ਸੋਚਿਆ ਕਿ ਨਹੀਂ ਕੁਝ ਕਰਨਾ ਚਾਹੀਦਾ, ਤੇ ਫਿਰ ਬੱਚਿਆਂ ਨੂੰ ਕਿਹਾ ਕਿ ਅੱਗੋਂ ਹੁਣ ਪੜ੍ਹਾਈ ਦੁਬਾਰਾ ਸ਼ੁਰੂ ਕਰਦੀ ਹੈ। ਫਿਰ ਬੱਚਿਆਂ ਨੇ ਕਿਹਾ ਨਹੀਂ ਜੀ ਐਮਏ ਇੰਗਲਿਸ਼ ਦੁਬਾਰਾ ਕਰੋ, ਤੁਸੀਂ ਐਮਏ ਪੰਜਾਬੀ ਕਰ ਲਿੱਤਾ ਹੈ ਤੇ ਹੁਣ ਇੰਗਲਿਸ਼ ਦਾ ਸਕੋਪ ਹੈ ਤੇ ਉਹਦੇ ਵਿੱਚ ਕਰੋ ਨਾ। ਤੇ ਲੇਕਿਨ ਮੈਂ ਸੋਚਿਆ ਕਿ ਬੱਚੇ ਪ੍ਰਾਊਡ ਕਿਉਂ ਨਹੀਂ ਫੀਲ ਕਰਦੇ ਪੰਜਾਬੀ ਨਾਲ। ਉਹੋ ਹੀ ਜ਼ਮਾਨਾ ਸੀ ਕਿ ਮੈਂ ਆਪਣੇ ਬੇਟੇ ਦਾ ਐਡਮਿਸ਼ਨ ਕਰਾਉਣਾ ਸੀ ਅੱਛੇ ਕਾਲਜ ਸਕੂਲ ਦੇ ਵਿੱਚ। ਉੱਥੇ ਇੰਟਰਵਿਊ ਵਾਸਤੇ ਗਈ, ਉਹ ਬੱਚੇ ਨੂੰ ਉਹਨਾਂ ਨੇ ਐਡਮਿਟ ਕੀਤਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਤੁਹਾਡੇ ਬੱਚੇ ਨੇ 3 ਲੈਂਗੁਏਜਸ ਕਿਹਾ ਕਿ ਆਉਂਦੀਆਂ ਨੇ, ਉਰਦੂ, ਪੰਜਾਬੀ ਔਰ ਇੰਗਲਿਸ਼, ਲੇਕਿਨ ਇਹਨੂੰ ਕਹੋ ਕਿ ਪੰਜਾਬੀ ਦਾ ਨਾਂ ਕੱਟ ਦੇ। ਤੇ ਮੈਂ ਕਿਹਾ ਉਹ ਕਿਉਂ? ਕਹਿੰਦਾ ਜੀ ਅੱਛਾ ਇੰਪੈਕਟ ਨਹੀਂ ਪੈਂਦਾ।
ਮੈਂ ਕਿਹਾ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਜ਼ੁਬਾਨ ਦਾ ਇਫੈਕਟ ਨਹੀਂ, ਇਹਨੂੰ ਐਚਿਸਨ ਔਰ ਇਸ ਤਰ੍ਹਾਂ ਵੱਡੇ ਸਕੂਲਾਂ ਦੇ ਦਾਖਲਾ ਨਹੀਂ ਮਿਲੇਗਾ। ਦਾਖਲਾ ਨਹੀਂ ਮਿਲਿਆ। ਤਾਂ ਮੈਂ ਕਿਹਾ ਇਹ ਤੇ ਸਾਡੇ ਅੰਦਰ ਦਾ ਜਿਹੜਾ ਕੰਪਲੈਕਸ ਹੈ ਨਾ, ਉਹ ਹੈ ਕਿਉਂਕਿ ਸਾਡਾ ਕਮਿਊਨੀਕੇਸ਼ਨ ਜਿਹੜਾ ਸਾਡੇ ਵੱਡਿਆਂ ਦੇ ਨਾਲ, ਬੱਚਿਆਂ ਦੇ ਨਾਲ, ਉਹ ਜ਼ੁਬਾਨ ਦੇ ਥਰੂ ਹੈ। ਤੇ ਜਦੋਂ ਮੈਂ ਪੰਜਾਬੀ ਇਹਦੀ ਰੋਕ ਦਿੱਤੀ ਤੇ ਇਹਦਾ ਮਤਲਬ ਮੈਂ ਉਹ ਰਿਸ਼ਤਾ ਹੀ ਕੱਟ ਕਰ ਰਹੀ ਹਾਂ ਨਾ, ਆਪਣੀ ਜੜ੍ਹਾਂ ਦੇ ਨਾਲ ਅਲੱਗ ਕਰ ਰਹੀ। ਫਿਰ ਮੇਰੀ ਬੇਟੀ ਕਿਉਂਕਿ ਸਕੂਲ ਜਾ ਰਹੀ ਸੀ, ਉਹਨਾਂ ਦੇ ਮੈਟ੍ਰਿਕ ਸੀ, ਤੇ ਫਿਰ ਉਹਨੂੰ ਮੈਂ ਕਿਹਾ ਕਿ ਨਹੀਂ, ਮੈਂ ਮਾਸਟਰ ਇੰਗਲਿਸ਼ ਵਿੱਚ ਨਹੀਂ ਕਰ ਰਹੀ, ਮੈਂ ਇਹਨੂੰ ਵੀ ਕੰਟੀਨਿਊ ਕਰਾਂਗੀ ਔਰ ਕੁਝ ਇਹੋ ਜਿਹਾ ਕੰਮ ਕਰਾਂਗੇ ਕਿ ਪੰਜਾਬੀ ਪ੍ਰਾਊਡ ਫੀਲ ਕਰੇ। ਵਾਹ। ਕਿ ਜਦੋਂ ਮੈਂ ਹੀ ਕੰਪਲੈਕਸਡ ਹੋ ਕੇ ਬੱਚਿਆਂ ਨੂੰ ਕਹਿ ਦਾਂਗੀ ਕਿ ਨਹੀਂ ਬੋਲਣੀ ਜਾਂ ਨਹੀਂ ਕਰਨੀ, ਤੇ ਫਿਰ ਮਤਲਬ ਦੂਸਰਾ ਪੰਜਾਬੀ ਜਿਹੜਾ ਫੀਲ ਕਰਦਾ ਹੈ ਕਿ ਚਾਰ ਬੰਦਿਆਂ ਵਿੱਚ ਬਹਿ ਕੇ ਪੰਜਾਬੀ ਨਹੀਂ ਬੋਲਣੀ, ਤੇ ਉਹ ਤੇ ਫਿਰ ਦਰੁਸਤ ਸਾਬਿਤ ਹੋਏਗਾ ਨਾ, ਕਿ ਜਦੋਂ ਮੈਂ ਹੀ ਨਹੀਂ ਪ੍ਰਾਊਡ ਫੀਲ ਕਰ ਰਹੀ। ਫਿਰ ਜੀ ਡਾਕਟਰ ਮੁਜਾਹਿਦਾ ਦੇ ਨਾਲ ਲਾਹੌਰ ਕਾਲਜ ਦਾ ਇੱਕ ਸਫ਼ਰ ਸ਼ੁਰੂ ਹੋਇਆ 2013 ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਦੇ ਨਾਲ ਖੋਜ ਔਰ ਡਿਫਰੈਂਟ ਚੀਜ਼ਾਂ ਦੇ ਉੱਤੇ ਬਹੁਤ ਸਿੱਖਣ ਨੂੰ ਮਿਲਿਆ, ਬਹੁਤ ਕੜਨ ਨੂੰ ਮਿਲਿਆ। ਐਸੇ ਵਜ੍ਹਾ ਨਾਲ ਹੀ ਫਿਰ ਐਮਫਿਲ ਦੇ ਵਿੱਚ ਥੀਸਿਸ ਵੀ ਉਹ ਲਿਆ ਕਿ ਮੇਰੇ ਮਾਈਂਡ ਦੇ ਵਿੱਚ ਸੀ ਕਿ ਜਦੋਂ ਸਿੱਖ ਕੈਨੇਡਾ ਵਿੱਚ ਹੋਵੇ, ਇੰਡੀਆ ਵਿੱਚ ਹੋਵੇ, ਪਾਕਿਸਤਾਨ ਵਿੱਚ ਆਵੇ, ਇੱਕ ਓਨਰ ਪੰਜਾਬੀ ਜ਼ੁਬਾਨ ਦੀ ਉਹਦੇ ਨਾਲ ਮਨਸੂਬ ਕਰ ਦਿੱਤੀ ਜਾਂਦੀ, ਉਹਦੀ ਵਜ੍ਹਾ ਕੀ ਹੈ? ਤੇ ਉਹਦੀ ਵਜ੍ਹਾ ਮੈਨੂੰ ਇਹੀ ਨਜ਼ਰ ਆਉਂਦੀ ਸੀ ਕਿ ਉਹ ਕੰਪਲੈਕਸ ਨਹੀਂ ਆਪਣੀ ਲੈਂਗੁਏਜ ਦੀ, ਚਾਹੇ ਉਹ ਜਿੰਨੀ ਮਰਜ਼ੀ ਛੋਟਾ ਰਾਈਟਰ ਹੈ ਜਾਂ ਰਾਈਟਰ ਨਹੀਂ ਵੀ ਹੈ, ਫਿਰ ਵੀ ਉਹ ਪੰਜਾਬੀ ਬੋਲਣ ਵਿੱਚ ਉਸੇ ਤਰ੍ਹਾਂ ਹੀ ਪ੍ਰਾਊਡ ਫੀਲ ਕਰਦਾ ਹੈ। ਉਹਦੀ ਪਗੜੀ ਤੋਂ, ਉਹਦੀ ਚੀਜ਼ ਤੋਂ ਉਹਨੂੰ ਇੰਨਾ ਹੁਨਰ ਦਿੱਤਾ ਜਾਂਦਾ। ਤੇ ਵਾਈ ਨੋਟ ਕਿ ਸਾਡੇ ਮੁਸਲਮਾਨਾਂ ਨੇ ਇੰਨਾ ਕੰਮ ਕੀਤਾ ਹੈ, ਸਾਡੇ ਹਜੇ ਵੀ ਇੰਨੇ ਜ਼ਿਆਦਾ ਅੱਛੇ ਲਿਖਣ ਵਾਲੇ ਨੇ, ਲੇਕਿਨ ਉਹਨਾਂ ਪ੍ਰਾਊਡਲੀ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰਦੇ ਦੁਨੀਆ ਵਿੱਚ। ਬਸ ਇਹੀ ਵਜ੍ਹਾ ਸੀ ਕਿ ਫਿਰ ਮੈਂ ਸਿੱਖ ਲਿਖਿਆਰ ਔਰ ਸਿੱਖ ਧਰਮ ਅੱਛਾ ਸਿੱਖ ਧਰਮ ਦਾ ਇਤਿਹਾਸ ਤੁਸੀਂ ਤੁਹਾਡੀ ਕਿਤਾਬ ਵੀ ਆ ਔਰ ਉਹਦੇ ਤੇ ਤੁਹਾਡੀ ਖੋਜ ਦੀ ਤਨਕੀਦ ਦੀ, ਉਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਅਸੀਂ ਆਫ ਦਾ ਰਿਕਾਰਡ ਹੁਣੇ ਗੱਲਬਾਤ ਕਰ ਰਹੇ ਸਾਂ ਥੋੜਾ ਆਪਣੇ ਪ੍ਰੋਗਰਾਮ ਦੇ ਬਾਰੇ ਤੇ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਸਿੱਖਾਂ ਨੇ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਤੁਸੀਂ ਆਪਣੇ ਉਹਦੇ ਹਿਸਾਬ ਕਰ ਕੀਤਾ। ਕੀ ਵਜ੍ਹਾ ਕਿ ਕਿਉਂ ਨਹੀਂ ਕਰ ਪਾਏ? ਜੋ ਤੁਹਾਡਾ ਆਪਣਾ ਜਿਹੜਾ ਤਜਰਬਾ ਹੈ ਉਹਦੇ ਬਾਰੇ ਦੱਸੋ ਜੀ। ਇਹਦੇ ਵਿੱਚ ਜਦੋਂ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ ਤੇ ਕਿਤਾਬਾਂ ਤੇ ਸ਼ਾਹਮੁਖੀ ਵਿੱਚ ਸਿੱਖ ਧਰਮ ਜਾਂ ਸਿੱਖ ਪੰਜਾਬੀ ਲਿਖਣ ਵਾਲੇ ਜਾਂ ਸਿੱਖਾਂ ਦੇ ਮੁਤਾਬਿਕ ਹੈ ਹੀ ਨਹੀਂ ਸੀ, ਉਹਨਾਂ ਦੇ ਮੁਤਲਕ ਹੈ ਹੀ ਨਹੀਂ ਸੀ ਕਿ ਉਹਨਾਂ ਦੀ ਬਾਰੇ ਮੈਨੂੰ ਕੋਈ ਤਹਿਕੀਕ ਜਿਹੜੀ ਹੈ ਉਹ ਮਿਲ ਸਕੇ। ਫਿਰ ਉਹ ਡਾਇਰੈਕਟ ਜਿਹੜੇ ਸਿੱਖ ਨੇ ਉਹਨਾਂ ਦੇ ਨਾਲ ਅਪਰੋਚ ਕੀਤਾ ਤੇ ਫਿਰ ਉੱਥੋਂ ਮੈਨੂੰ ਇਹੀ ਚੀਜ਼ ਨਿਤਰ ਕੇ ਸਾਹਮਣੇ ਆਈ ਕਿ ਜਿਸ ਤਰ੍ਹਾਂ ਸਾਡੇ ਇੱਥੇ ਇਸਲਾਮ ਦੇ ਠੇਕੇਦਾਰ ਮੌਲਵੀ ਨੇ, ਉਹਨਾਂ ਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈ, ਲੇਕਿਨ ਜਿਹੜਾ ਇੱਕ ਰਿਸਰਚਰ ਜਿਸ ਪੁਆਇੰਟ ਆਫ ਵਿਊ ਦੇ ਨਾਲ ਦੇਖਦਾ ਹੈ ਜਾਂ ਅੱਗੇ ਚੀਜ਼ ਨੂੰ ਲੈ ਕੇ ਜਾਂਦਾ ਹੈ, ਕਿਉਂਕਿ ਸਾਡੇ ਉਹਦਾ ਐਂਗਲ ਇੱਕ ਰਿਸਰਚਰ ਦਾ, ਕਿਉਂਕਿ ਤੁਸੀਂ ਵੀ ਖੋਜਕਾਰ ਹੋ, ਮੈਂ ਵੀ ਖੋਜਕਾਰ ਹਾਂ, ਉਹਦਾ ਐਂਗਲ ਡਿਫਰੈਂਟ ਹੁੰਦਾ ਹੈ। ਉਹਨੇ ਤਾਸੁਬ ਨਹੀਂ ਹੈ, ਅਸੀਂ ਕਿਸੇ ਵੀ ਰਿਲੀਜਨ ਬਾਰੇ ਗੱਲ ਕਰਨੀ ਤੇ ਸਭ ਤੋਂ ਪਹਿਲੇ ਇਨਸਾਨੀਅਤ ਹੈ, ਹਿਊਮੈਨਿਟੀ ਹੈ, ਉਹਨੂੰ ਐਪਰੀਸ਼ੀਏਟ ਕਰਾਂਗੇ, ਉਹਦੀ ਐਫਰਟ ਨੂੰ, ਬਾਕੀ ਚੀਜ਼ਾਂ ਨੂੰ, ਤੇ ਸਿਰਫ ਐਸੀ ਚੀਜ਼ ਨੂੰ ਲੈਣ ਦਾ ਮਕਸਦ ਸੀ। ਫਿਰ ਇੱਥੇ ਲਹਿੰਦੇ ਪੰਜਾਬ ਵਿੱਚ ਜਿੰਨੇ ਵੀ ਸਿੱਖ ਲਿਖਣ ਵਾਲੇ ਨੇ, ਪੰਜਾਬੀ ਦੇ ਵਿੱਚ ਲਿਖਣ ਵਾਲੇ ਨੇ ਜਾਂ ਬੋਲਣ ਵਾਲੇ ਨੇ, ਉਹਨਾਂ ਤੱਕ ਮੈਂ ਅਪਰੋਚ ਕੀਤੀ ਤੇ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਇਸ ਕੰਮ ਨੂੰ ਕਿ ਸਾਡੇ ਸਿੱਖ ਇਸ ਕੰਮ ਦੇ ਵਿੱਚ ਨਹੀਂ ਆ ਰਹੇ। ਤੇ ਤੁਸੀਂ ਸ਼ਾਹਮੁਖੀ ਦੀ ਪਹਿਲੀ ਕਿਤਾਬ ਹੈ ਜਿਹੜੀ ਮੇਰੀ ਹੈ ਛਪੀ ਡਾਕਟਰ ਮੁਜਾਹਿਦਾ ਨੇ ਕੀਤੀ, ਤੇ ਫਿਰ ਪੰਜਾਬੀ ਗੁਰੂ ਗ੍ਰੰਥ ਔਰ ਉਹਨਾਂ ਦੇ ਗੁਰੂ, ਇਸ ਤੋਂ ਇਲਾਵਾ ਪੰਜਾਬੀ ਲਿਖਿਆਰ, ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਇਹਦੇ ਉੱਤੇ ਕਾਫੀ ਕੰਮ ਹੋਣ ਦੀ ਜ਼ਰੂਰਤ ਹੈ। ਲੇਕਿਨ ਮੁਸਲਮਾਨਾਂ ਤੋਂ ਸ਼ੁਰੂ ਹੋਈ, ਬਾਬਾ ਫਰੀਦ ਤੋਂ ਗੁਰੂ ਗ੍ਰੰਥ ਬਿਲਕੁਲ ਗੁਰੂ ਗ੍ਰੰਥ ਦੇ ਵਿੱਚ ਅਗਰ ਪੰਜਾਬੀ ਦਾ ਪਹਿਲਾ ਕਲਾਮ ਮੌਜੂਦ ਹੈ ਤਾਂ ਬਾਬਾ ਫਰੀਦ ਦਾ ਹੈ। ਤੇ ਉਹ ਫਿਰ ਕਲਾਸਿਕਲ ਸੂਫੀ ਔਰ ਸ਼ਾਇਰ, ਇਸ ਤਰ੍ਹਾਂ ਸੇ ਸਾਰੇ ਸਾਡੀ ਜਿੰਨੇ ਵੀ ਹੈ ਨਵੀਂ ਨਸਲ ਤੱਕ ਨੇ, ਇਸ ਸਭ ਦਾ ਮੀਆਂ ਮੁਹੰਮਦ ਬਖਸ਼ ਤੱਕ ਦਾ ਕਲਾਮ ਜਾਣਦੇ ਨੇ। ਉਸ ਤੋਂ ਬਾਅਦ ਫਿਰ ਤਸਵੁਫ ਦਾ ਜਦੋਂ ਆਉਂਦਾ ਜ਼ਿਕਰ, ਨਵੀਂ ਪੰਜਾਬੀ ਦਾ ਵਿੱਚ ਗੱਲ ਆ ਜਾਂਦੀ ਹੈ, ਤੇ ਉੱਥੋਂ ਕੁਝ ਗੈਪ ਆਉਣਾ ਸ਼ੁਰੂ ਹੋ ਜਾਂਦਾ। ਫਿਰ ਇਸ ਰਿਸਰਚ ਵਾਸਤੇ PhD ਦਾ ਜਿਹੜਾ ਸੀ ਨਾ, ਉਹ ਰਿਸਰਚ ਉਹਦੀ ਜ਼ਰੂਰਤ ਪਈ। ਤੇ ਫਿਰ ਉਹ 70 ਸਾਲ ਦਾ ਜਿਹੜਾ ਪੀਰੀਅਡ ਸੀ ਨਾ, ਤੇ ਉਹ ਤਕਰੀਬਨ 395 ਜਿਹੜੇ ਨਜ਼ਮ ਨਿਗਾਰ ਨੇ, ਉਹਨਾਂ ਦਾ ਚੁਣਾਵ ਤੇ ਫਿਰ ਉਸ ਤਰ੍ਹਾਂ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ। ਤੇ ਉਹਨੂੰ ਇਸ ਤਰ੍ਹਾਂ ਸੀ ਕਿ ਇੱਕ ਪੁੱਜੇ ਦੇ ਵਿੱਚ ਜਿਵੇਂ ਦਰਿਆ ਬੰਦ ਕਰ ਦਿੱਤਾ, ਲਿਮਿਟਿਡ ਵਰਡਸ ਦੇ ਵਿੱਚ ਉਹਨਾਂ ਨੂੰ ਐਕਸਪ੍ਰੈਸ ਕੀਤਾ। ਤੇ ਬਸ ਇਹੀ ਸੀ ਕਿ ਹੁਣ ਵੀ ਮੇਰੀ ਜਿੰਨਾ ਧਰਮ ਨਾਲ, ਕਿਉਂਕਿ ਇਸ ਕਿਤਾਬ ਦੇ ਵਿੱਚ ਮੈਂ ਬੁੱਧ ਮਤ ਵੀ, ਈਸਾਈਅਤ ਔਰ ਇਸਲਾਮ ਔਰ ਸਿੱਖ ਮਤ, ਇਹ ਚਾਰੋਂ ਧਰਮ ਦੇ ਸੂਫੀਆਂ ਦੇ ਬਾਰੇ ਜਦੋਂ ਰਿਸਰਚ ਕੀਤੀ, ਉਹਨੂੰ ਐਲੈਬੋਰੇਟ ਕੀਤਾ।
ਤੇ ਫਿਰ ਇਹ ਸਿੱਖ ਕਲਿਆਣ ਸਿੰਘ ਹੋ ਗਿਆ ਤੇ ਔਰ ਬਾਕੀ ਦੂਰ ਵਸਤੇ ਜਿਹੜੇ ਨੇ ਅਜਾਇਬ ਸਿੰਘ ਚੱਟਾ ਨੇ, ਔਰ ਇਸ ਤੋਂ ਇਲਾਵਾ ਯੂਕੇ ਦੇ ਵਿੱਚ ਹੋਰ ਵੀ ਜਿਹੜੇ ਨੇ, ਅਮਰੀਕਾ ਵਿੱਚ ਗੁਰਮੀਤ ਸਿੰਘ ਨੇ। ਫਿਰ ਉਹਨਾਂ ਨੇ ਅਪਰੋਚ ਕੀਤੀ ਫੇਸਬੁੱਕ ਦੇ ਥਰੂ, ਉਹਨਾਂ ਨੇ ਆਪਣੀ ਕਿਤਾਬ ਇੱਕ ਜ਼ੀਨਤ ਆਈ ਹੈ ਨਾਵਲ, ਉਹ ਮੈਨੂੰ ਕਿਹਾ ਕਿ ਤੁਸੀਂ ਇਹ ਪੜ੍ਹੋ ਔਰ ਇਹਦਾ ਸ਼ਾਹਮੁਖੀ ਦੇ ਵਿੱਚ ਤਰਜਮਾ ਕਰਵਾ ਕੇ ਛਪਵਾਉਣ ਦੇ ਵਿੱਚ ਵੀ ਹੈਲਪ ਕਰੋ। ਤੇ ਫਿਰ ਉਹਨਾਂ ਦੀ ਕਿਤਾਬ ਨੂੰ ਮੈਂ ਮਤਲਬ ਰੀਡ ਆਊਟ ਕੀਤਾ। ਉਹ ਵੀ 1947 ਦੀ ਜਿਹੜੀ ਪਾਕਿਸਤਾਨ ਹਿਜਰਤ ਸੀ ਨਾ ਸਿੱਖਾਂ ਦੀ, ਉਹਨਾਂ ਦੀ ਲਾਈਫ ਸਟੋਰੀ ਦੇ ਬਾਰੇ ਸੀ ਜ਼ੀਨਤ ਦੀ। तो फिर मैनू अच्छी लगी, फिर ओदा शाहमुखी दे विच ट्रांसलेट करके ते छपवाया उन्हां दा। ते पंजाबी जीनत भी आ चुकिया है, शाहमुखी जीनत आ चुकिया, हाँ जी आ चुकिया, सांझ पब्लिशर वालों पिछले साल छपया। अच्छा 2021 शायद, 2021। ओके अच्छा, तुसी देखो इत्थे जरूर असी याद कर लैने अपनी बहुत प्यारी मेरी दोस्त है डॉक्टर मुजाहिदा, और बड़ा कम करवा भी रही ने, खुद भी काफी। देखो किन्नी चंगी गल है जो असी एक खोज दे काम नाल या जबान नाल या अपनी मां बोली नाल या अपनी मिट्टी नाल या सांझे पंजाब दे तरह एक दूजे नाल दिलां नाल मोह नाल जो असी जुड़ जाने आ ते किन्ने फायदे हो जाते है ना। खोज तो इलावा एक दूजे दे मजहबां बारे देखो, बुद्ध मत भी इत्थे पढ़ो, और फिर सब तो वड्डी गल असी इंसान इंसानां नाल जुड़ जांदे ने ते क्रिएटिव काम भी किन्ना हुंदा है और बाकी सब दा भी किन्ना फायदा हुंदा। मैं मुबारक देना चाहांगी तानू जी जिहड़ा तुसी काम कीता है और जिहड़ा अपना सिख धर्म बारे जनाब, क्योंकि मेरी बहुत व्यूअरशिप जिहड़ी है ना वो साडे पंजाबी ने बहुते, लेकिन मेरे सिख मित्र जिते जिते दुनिया च बैठे ने उन्हां नूं भी तुहाडे ते अज बड़ा मान होएगा कि तुसी किन्ना काम कीता है, और ना सिर्फ तुहाडे ते डॉक्टर मुजाहिदा ते भी होणगियां, क्योंकि मेरा ते जनाब लाहौर कॉलेज नाल एक बड़ा ही प्यार वाला रिश्ता, क्योंकि सानू लाहौर कॉलेज ने बनाया है। मैं अज जिहड़ा बोल पा रही हूं ना, यकीन करो अपने मां बाप दे बाद, अपने घर दी वाले साहब और मां दी सपोर्ट तो बाद जिहड़ा क्रेडिट जांदा है लाहौर कॉलेज नूं जाना। पंजाबी तकरीरां करदे सां बई जाके यूनिवर्सिटी च, किहड़ा जमाना सी 85 वाला टाइम, 82 दा 83 वाला टाइम। ते तुसी जिहड़ा कीता वै नवीं पंजाबी नज़म च जिहड़ा सूफियाना तहकीक कीती है, ओहदे च जिस तरह तुसी दस्सिया शाह हुसैन ओहदे बाबा फरीद तो शुरू कीता, बाकी सारा तुसी ग्रंथ दा भी सारा हिसाब कीता। किहड़ी ओह चीज है जिहड़ी फर्क है पहले काम तो तुहाडे काम नाल, तुसी समझ? सब तो पहली चीज कि जिस तरह सिख धर्म ते कम नहीं होया, इसी तरह पंजाबी नज़म दे जेहड़ी मेरा टॉपिक सी तसव्वुफ और नज़म निगार, एदे बारे भी कम नहीं होया। एदे बारे भी तन मैं दस्सिया कि मियां मुहब्बत बख्श तक कलाम सूफियाना मिलता है, सुनने में गौन भी मिलता है, बाकी भी मिलता है, लेकिन नवीं 1947 तो बाद दे जिन्ने भी नज़म निगार लिखण वाले ने की उन्होंने तसव्वुफ दे विच शायरी करनी बंद कर दी कि वो नहीं लिख रहे कि तसव्वुफ का वजूद खत्म हो गया, इस बारे किसी को कुछ नहीं पता। हाँ लिख रहे ने, लेकिन उन्होंने हाईलाइट नहीं किया जा रहा ना, उन्होंने इंट्रोड्यूस नहीं कराया जा। तो फिर इस वजह नाल मेरे डॉक्टर मुजाहिदा दी यही कोशिश थी कि असी 1947 तो 2017 तक दे सारे नज़म निगारां नूं स्ट्रीट लाइन करिए। बल्कि ये मैं क्रेडिट कहूंगी कि मेरा थीसिस तकरीबन 1.25 साल लग्या टॉपिक अप्रूव होने कि इन्ना लंबा टाइम पीरियड एक बंदा नहीं कर सकता। और डॉक्टर मुजाहिदा और मैं असी ऐसा के कर लांगे काम। ਤੇ दूसरी एक टाइम ते आके मैं थक भी गई सा, मैं डॉक्टर मुजाहिदा ਨੂੰ ਕਿਹਾ ਕਿ ਚਲੋ ਅੱਧਾ ਕਰ ਦੋ ਕਿ ਯਾਨੀ 2000 ਤੱਕ ਕਰ ਦੋ ਕਿ ਅਪਰੂਵ ਤੇ ਹੋਵੇ ਐਟਲੀਸਟ ਮੈਂ ਕੰਮ। ਡਾਕਟਰ ਮੁਜਾਹਿਦਾ ਤੇ ਨਹੀਂ ਮੰਨੀਆਂ ਹੋਣਗੀਆਂ ਜਿੰਨਾ ਕਿ ਮੈਂ ਉਹਨਾਂ ਨੇ ਉਹ ਕਹਿ ਰਹੇ ਕਿ ਜਿੰਨੇ एक चीज लेके चल जाओ दूसरा नहीं करेगा। हाँ बिल्कुल बिल्कुल। और तुसी अगर छੱਡ ਦਿੱਤਾ ਤੇ ਦੁਬਾਰਾ ਤੁਸੀਂ ਇਹਦੇ ਤੇ ਕੰਮ ਨਹੀਂ ਕਰਨਾ। ਤੇ ਉਹ ਕਹਿ ਰਹੇ ਸੀ ਕਿ ਨਹੀਂ ਫਲੋ ਨਾਲ ਚੱਲਣਗੀਆਂ, ਮੈਂ ਕਰਾ ਲਾਂਗੀ। ਉਹਨਾਂ ਨੇ ਫਿਰ ਅਪਰੂਵ ਕਰਾਇਆ ਔਰ ਅਲਹਮਦੁਲਿਲਾ ਹੈ ਕਿ ਤਕਰੀਬਨ ਤੁਹਾਨੂੰ ਦੱਸਿਆ 318 ਜਿਹੜੇ ਨੇ ਉਹ ਨਜ਼ਮ ਨਿਗਾਰਾਂ ਦੀ ਕਿਤਾਬਾਂ ਪਹਿਲੇ ਵੀ ਇਕੱਠੀਆਂ ਕੀਤੀਆਂ। ਹਾਂ ਜ਼ਾਹਿਰ ਹੈ ਕੰਮ ਹੁੰਦਾ ਪੂਰਾ, ਕਿਤਾਬਾਂ ਚ ਕਿਤਾਬ ਬਣਨਾ ਪੈਂਦਾ ਬੰਦੇ ਨੂੰ, ਰਿਸਰਚ ਉਥੋਂ ਅਖਬਾਰ ਦੇ ਦਫ਼ਤਰ ਔਰ ਜਿੰਨੀ ਵੀ ਲਾਇਬ੍ਰੇਰੀਜ਼ ਨੇ ਸਭ ਨੂੰ ਹੀ ਕੀਤਾ। ਬਾਕੀ ਰਾਈਟਰਸ ਦਾ
ਵੀ ਅਪਰੋਚ ਕੀਤਾ। ਔਰ ਇਨ ਸ਼ੋਰਟ ਹੈ ਕਿ ਫਰਕ ਇਹ ਸੀ ਕਿ ਇੱਕ ਤੇ ਸਾਰੇ ਉਹ ਜਿਹੜੇ ਨਜ਼ਮ ਨਿਗਾਰ ਨੇ ਹਾਈਲਾਈਟ ਹੋ ਗਏ ਕਿ ਜਿਨ੍ਹਾਂ ਦੇ ਤਸੱਵੁਫ ਤੋਂ ਕੰਮ ਹੈ, ਕਿਉਂਕਿ ਤੁਸੀਂ ਜਾਣਦੇ ਹੋਗੇ ਕਿ ਇੱਕ ਬੰਦਾ ਜਵਾਨੀ 'ਚ ਜਿਹੜਾ ਕੰਮ ਕਰ ਰਿਹਾ ਹੈ ਜਾਂ ਬਹੁਤ ਰੋਮਾਂਟਿਕ ਸ਼ਾਇਰੀ ਕਰ ਰਿਹਾ ਹੈ, ਉਹ ਇੱਕ ਟਾਈਮ ਜ਼ਰੂਰ ਆਉਂਦਾ ਹੈ ਜਿਹਦਾ ਰੂਹਾਨੀ ਵਾਰਤਾ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਅੱਛਾ, ਮੈਂ ਨਾ ਹੁਣੇ ਇਹੀ ਗੱਲ ਪੁੱਛਣ ਲੱਗੀ ਸਾਂ, ਸਵਾਲ ਤੁਹਾਡੇ ਕੋਲੋਂ ਕਿ ਇਹ ਗੱਲ ਤੁਹਾਡੀ ਸਹੀ ਆ, ਬਿਲਕੁਲ ਆਈ ਐਗਰੀ, ਲੇਕਿਨ ਤੁਸੀਂ ਮਤਲਬ ਉਹਦੇ ਵਿੱਚ ਜਿਹੜਾ ਵੈ ਨਵੀਂ ਨਜ਼ਮ ਦੇ ਵਿੱਚ ਜਿਹੜਾ ਸੂਫੀਆਨਾ ਅੰਸਰ ਹੈ ਉਹਨੂੰ ਦੇਖਿਆ, ਤੁਹਾਡੇ ਜ਼ਿਹਨ 'ਚ ਇਹ ਕਿਉਂ ਨਹੀਂ ਆਇਆ ਕਿ ਇਹ ਗੱਲ ਸੁਣੋ, ਸ਼ਾਇਰੀ ਤੇ ਸਾਰੀ ਇਸ਼ਕ ਮੁਹੱਬਤ ਇਹ ਤੇ ਭਰੀ ਪਈ ਹੈ, ਇਹ ਆਪਣੀ ਬਹੁਤ ਨਵੇਂ ਸ਼ਾਇਰ ਵੀ ਜਿਹੜੇ ਨੇ, ਜਿਹੜਾ ਵੀ ਸਟਾਰਟ ਹੁੰਦਾ ਉਹ ਸਭ ਤੋਂ ਪਹਿਲੇ ਇਹੀ ਸਿਲਸਿਲਾ ਹੁੰਦਾ ਨਾ, ਜਜ਼ਬਾਤ ਹੁੰਦੇ ਨੇ ਤੇ ਜੋ ਵੀ ਕੁਛ ਹੈ, ਤੇ ਉਹਦੇ ਬਾਅਦ ਕਿਵੇਂ ਤੁਸੀਂ ਤੁਹਾਡੇ ਅੰਦਰ ਵੀ ਕੋਈ ਸੂਫੀਆਨਾ ਟੱਚ ਹੈ ਕਿ ਤੁਸੀਂ ਉਧਰ ਹੀ ਗਏ, ਜਾਂ ਡਾਕਟਰ ਮੁਜਾਹਿਦਾ ਦਾ ਐਡਵਾਈਸ ਸੀ ਜਾਂ ਮਿਊਚੁਅਲ ਸੀ, ਕੀ ਮੇਨ ਵਜ੍ਹਾ ਸੀ? ਨਹੀਂ, ਅਸਲ ਦੇ ਵਿੱਚ ਜਦੋਂ ਮੈਂ ਸਿੱਖ ਧਰਮ ਤੇ ਕੰਮ ਕਰ ਰਹੀ ਸਾਂ ਨਾ, ਤੇ ਉਦੋਂ ਹੀ ਮੇਰੀ ਖੋਜ ਔਰ ਅੰਦਰ ਦੀ ਤਲਾਸ਼ ਜਿਹੜੀ ਸੀ ਨਾ, ਉਹ ਸਿਲਸਿਲਾ ਸ਼ੁਰੂ ਹੋਇਆ ਸੀ। ਉਹ ਧਰਮ ਤੋਂ ਰਿਲੇਟਡ ਤੇ ਤੁਹਾਨੂੰ ਪਤਾ ਇੱਕ ਮੁਸਲਿਮ ਇਸਲਾਮੀ ਘਰਾਣੇ ਦੇ ਵਿੱਚ ਪੈਦਾ ਹੋਏ ਸਾਂ। ਉਸ ਤੋਂ ਬਾਅਦ ਡਾਕਟਰ ਮੁਜਾਹਿਦਾ ਦਾ ਤਾਂ ਤਜਰਬਾ ਸੀ, ਉਹ ਮਿਲਦੇ ਰਹੇ ਸੀ ਕਾਫੀ ਸਿੱਖਾਂ ਨਾਲ, ਗੁਰਦੁਆਰਿਆਂ 'ਚ ਮੇਰੀ ਨੌਲੇਜ ਨਹੀਂ ਸੀ, ਮੇਰੇ ਵਾਸਤੇ ਬਿਲਕੁਲ ਇੱਕ ਨਿਊ ਚੀਜ਼ ਸੀ ਨਏ ਮਜ਼ਹਬ ਨੂੰ ਜਾਣਨਾ, ਉਹਨੂੰ ਬਗੈਰ ਤਾਸੁਬ ਤੋਂ ਉਹਦੇ ਬਾਰੇ ਲਿਖਣਾ, ਫਿਰ ਉਸ ਤੋਂ ਬਾਅਦ ਅੰਡਰਸਟੈਂਡਿੰਗ ਕਰਨਾ ਲਿਟਰੇਰੀ ਪੁਆਇੰਟ ਆਫ ਵਿਊ ਦੇ ਨਾਲ, ਇੱਕ ਧਰਮ ਨਾਲ, ਇੱਕ ਇਨਸਾਨ ਨਾਲ ਜੁੜੀ ਸਾਰੀ ਚੀਜ਼ਾਂ। ਤੇ ਫਿਰ ਉਦੋਂ ਹੀ ਮੈਂ ਸੋਚਿਆ ਕਿ ਉਦੋਂ ਹੀ ਡਾਕਟਰ ਮੁਜਾਹਿਦਾ ਨੂੰ ਮੈਂ ਕਿਹਾ ਕਿ PhD ਉਸ ਟੌਪਿਕ ਵਿੱਚ ਕੱਢੀ ਹੈ ਜਿਹਦੇ ਤੇ ਪਹਿਲੇ ਕੰਮ ਨਾ ਹੋਏ, ਔਰ ਦੂਸਰਾ ਮੈਨੂੰ ਇਹ ਤਸੱਵੁਫ ਜਿਹੜਾ ਨਾ ਉਹ ਨਵੀਂ ਨਜ਼ਮ ਜਿੰਨੀ ਵੀ ਹੈ ਉਹਦੇ ਵਿੱਚ ਬਹੁਤ ਹਾਈਲਾਈਟ ਨਹੀਂ ਕੀਤਾ ਗਿਆ। ਜਿੰਨੇ ਵੀ ਗਾਣੇ ਦੇਖ ਲਓ ਜਾਂ ਪੁਰਾਣੀ ਗਾਇਕੀ ਸਾਡੀ ਦੇਖ ਲਓ, ਉਹਦੇ ਵਿੱਚ ਸ਼ਾਹ ਹੁਸੈਨ ਹੈ, ਸੁਲਤਾਨ ਬਾਹੂ ਹੈ, ਮੀਆਂ ਮੁਹੰਮਦ ਬਖਸ਼ ਹੈ, ਇਹ 1947 ਤੋਂ ਬਾਅਦ ਕਿੱਥੇ ਗਏ ਉਹ ਲੋਕ ਨਾ। ਤੇ ਇਸ ਵਜ੍ਹਾ ਨਾਲ ਉਹਨਾਂ ਨਾਲ ਡਿਸਕਸ ਹੁੰਦੇ ਰਹੇ, ਤੇ ਫਿਰ ਇਹ ਟੌਪਿਕ ਅਸੀਂ ਡਿਸਾਈਡ ਕੀਤਾ ਕਿ ਕੰਮ ਤੇ ਹੋ ਰਿਹਾ ਹੈ, ਤੇ ਲੇਕਿਨ ਉਹ ਲੋਕਾਂ ਨੇ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਇਹਦਾ ਮਤਲਬ ਤੁਸੀਂ ਸਮਝ ਲਓ ਕਿ ਮਾਰਕੀਟਿੰਗ ਹੋਣਾ ਕਿਸੇ ਕੰਮ ਦੀ ਵੀ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ 'ਚ, ਬਹੁਤ 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 ਜ਼ਰੂਰੀ ਹੈ ਇਸ ਵਜ੍ਹਾ ਨਾਲ ਕਿ ਕਿਉਂਕਿ ਦੇਖੋ ਨਾ ਕਿ ਔਰ ਇਹ ਕੰਮ ਕਰਦੇ ਵੀ ਰਿਸਰਚਰ ਨੇ। ਤੁਹਾਨੂੰ ਯਾਦ ਹੋਏਗਾ ਕਿ ਜਿੰਨੇ ਜ਼ਿਆਦਾ ਵੀ ਰਿਸਰਚ ਟੌਪਿਕ ਨੇ, ਬਹੁਤ ਮਾਜ਼ਰਤ ਦੇ ਨਾਲ ਮੈਂ ਕਹਾਂਗੀ ਕਿ ਰਿਸਰਚ ਅਗਰ ਤੁਸੀਂ ਪਿੱਛੇ ਪੰਜਾਬੀ ਰਿਸਰਚ ਖੋਲ ਕੇ ਦੇਖੋ, 1% ਤੇ ਬਹੁਤ ਜ਼ਿਆਦਾ ਹੋਈ ਹੈ। ਮਤਲਬ ਇੱਕ ਬੰਦੇ ਨੂੰ ਲੈ ਲੈਂਦੇ ਨੇ, ਉਹਦੀ ਕਿਤਾਬਾਂ ਲੈ ਲੈਂਦੇ ਨੇ ਤੇ PhD ਕਰ ਲਿੱਤੀ, MPhil ਕਰ ਲਿੱਤਾ, ਔਰ ਉਹਦੇ 'ਚ ਆਸਾਨੀ ਹੁੰਦੀ ਹੈ ਨਾ, 70% ਔਖਾ ਕੰਮ ਕਰਨ ਤੇ ਹੱਥ ਪਾਣਾ ਜ਼ਰਾ ਔਖਾ ਕੰਮ ਹੈ ਨਾ, ਮਿਹਨਤ ਕਰਨੀ ਜ਼ਰਾ। ਤੇ ਇਹ ਫਿਰ 60% 70% ਤੇ ਇੰਜ ਦੇ ਹੀ ਤੁਹਾਨੂੰ ਮਿਲਣਗੇ। ਬਾਕੀ ਜਿਹੜੇ 30 ਚੇਂਜ ਨੇ, ਉਹਨਾਂ ਦੇ ਟੌਪਿਕ ਵੀ ਚੇਂਜ ਨੇ, ਉਹਨਾਂ ਦੇ ਜਿਹੜੇ ਸੁਪਰਵਾਈਜ਼ਰ ਨੇ ਉਹ ਤੇ ਹੈ ਹੀ ਚੇਂਜ ਨਾ, ਕਿ ਜਿਹੜੇ ਅਸੈਪਟ ਕਰਦੇ ਨੇ ਚੈਲੰਜਸ ਨੂੰ। ਔਰ ਉਸ ਤੋਂ ਬਾਅਦ ਜਦੋਂ ਰਿਸਰਚ ਦੇ ਪੁਆਇੰਟ ਵੱਲ ਆਉਂਦੇ ਆ ਤੇ ਫਿਰ ਥੀਸਿਸ ਹੋਣੇ ਸ਼ੁਰੂ ਹੁੰਦੇ ਨੇ, ਉਹਨਾਂ ਨੂੰ ਹਾਈਲਾਈਟ ਕਰਕੇ ਸਾਹਮਣੇ ਲਿਆਇਆ ਜਾਂਦਾ ਹੈ। ਤੇ ਫਿਰ ਉਸ ਤੋਂ ਬਾਅਦ ਰਿਸਰਚਰ ਦੇ 1 by 1 ਇਹ ਹੁਣ ਮੇਰੇ ਮਕਾਲੇ ਦੇ ਵਿੱਚ 113 ਨਜ਼ਮ ਨਿਗਾਰ ਨੇ। ਮਤਲਬ 348 ਨੂੰ ਮੈਂ ਸਮ ਅਪ ਕੀਤਾ ਕਿ 113 ਨੂੰ ਮੈਂ ਮਤਲਬ ਫਿਰ ਫੋਕਸ ਕੀਤਾ ਕਿ ਜਿਨ੍ਹਾਂ ਨੇ ਤਸੱਵੁਫ ਦੇ ਬਾਰੇ ਕੰਮ ਕੀਤਾ। ਪੜ੍ਹਿਆ ਤੇ ਸਾਰਿਆਂ ਨੂੰ 348 ਪੰਜਾਬ ਦੇ, ਇਹ ਸਾਰੇ ਲੈਂਦੇ ਪੰਜਾਬ ਦੇ ਨੇ। ਉਹ ਫਿਰ ਏਰੀਆ ਸ਼ੋਰਟ ਕਰ ਲਿੱਤਾ ਨਾ, ਮੈਂ ਪੰਜਾਬ ਤੱਕ ਨਹੀਂ ਗਈ ਕਿ ਮੈਂ ਉਧਰਲਾ ਫਿਰ ਚੜ੍ਹਦੇ ਪੰਜਾਬ ਦਾ ਵੀ ਤੁਸੀਂ ਹੁੰਦਾ, ਫਿਰ ਕੰਮ ਬਹੁਤ ਵੱਧ ਜਾਣਾ ਸੀ, ਬਹੁਤ ਵੱਧ ਜਾਣਾ ਸੀ। ਤੇ 348 ਦੇ ਵਿੱਚ 113 ਨਜ਼ਮ ਨਿਗਾਰ ਨੇ ਇਹਨੂੰ ਸ਼ੋਰਟਲਿਸਟ ਕੀਤਾ। ਫਿਰ 113 ਦੇ ਵਿੱਚੋਂ ਵੀ ਤੁਸੀਂ ਇਹ ਦੇਖੋ ਕਿ ਅਸੀਂ 2 ਟੌਪਿਕ ਰੱਖੇ ਜਿਹਦੇ ਵਿੱਚ ਮੁਕੰਮਲ ਸੂਫੀਆਨਾ ਨਜ਼ਮਾਂ ਔਰ ਉਹ ਨਜ਼ਮਾਂ ਜਿਨ੍ਹਾਂ ਤੇ ਅਕਸ ਹੈ, ਸੂਫੀਆਨਾ ਅਕਸ ਹੈ ਜਾਂ ਝਲਕ ਦਿਸਦੀ ਨਾ। ਤੇ ਉਹ ਫਿਰ ਉਹਨਾਂ ਦੇ ਵਿੱਚੋਂ ਵੀ ਸਿਰਫ 9 ਨਜ਼ਮ ਨਿਗਾਰ ਐਸੇ ਸੀ ਜਿਨ੍ਹਾਂ ਦੀ ਸ਼ਾਇਰੀ ਔਰ ਉਹਨਾਂ ਦੀ ਲਿਖਤ ਦੇ ਵਿੱਚ ਸੂਫੀਆਨਾ ਅੰਸਰ ਨਜ਼ਰ ਆ। ਕਿਆ ਬਾਤ। ਪਾਰਟਿਕੂਲਰਲੀ ਤੁਸੀਂ ਦੇਖ ਲਓ ਨਾ ਕਿ ਅਸੀਂ ਜਿੰਨੇ ਵੀ ਸਾਡੇ ਪੰਜਾਬੀ ਦੇ ਕਲਾਸੀਕਲ ਸ਼ਾਇਰ ਨੇ ਉਹ 8 ਜਾਂ 9 ਨੇ। ਇੰਨੀ ਸਦੀ ਤੋਂ ਪੰਜਾਬੀ ਚਲਦੀ ਆ ਰਹੀ ਹੈ, ਰੂਹਾਨੀ ਵਾਰਤਾ ਤਾਂ, ਲੇਕਿਨ ਉਹ ਐਨੇ ਨੇ। ਤੇ ਐਨੇ ਦੇ ਵਿੱਚ ਵੀ ਜਦੋਂ ਸ਼ੋਰਟਲਿਸਟ ਕੀਤਾ ਤੇ ਇਹ ਹੋ ਗਏ। ਬਲਕਿ ਇਹਦੇ ਵਿੱਚੋਂ ਮੈਂ ਇੱਕ ਤੁਹਾਨੂੰ ਦੱਸਾਂਗੀ ਕਿ ਤੁਸੀਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀ, ਸ਼ਕੀਲਾ ਜਬੀ ਦਾ। ਸਿਆਲਕੋਟ ਦੇ ਵਿੱਚੋਂ ਰਹਿੰਦੀਆਂ ਨੇ, ਉਹਨਾਂ ਦੀ
ਦੀ ਸਭ ਕਿਤਾਬਾਂ ਜਿਹੜੀਆਂ ਨੇ ਨਾ, ਔਰ ਹਰ ਨਜ਼ਮ ਦੇ ਵਿੱਚ ਸੂਫੀ ਰੰਗ ਮੌਜੂਦ ਹੈ। ਬਿਲਕੁਲ ਹੈ, ਔਰ ਇੰਨੀ ਬਿਲकुल ਹੈਗਾ। ਮੈਂ ਇੰਨੀ ਮੈਂ ਜ਼ਿਆਦਾ ਉਹ ਸਾਡੇ ਪੰਜਾਬੀ ਬੈਠਕ ਚ ਆ ਚੁੱਕਿਆ। ਅੱਛਾ, ਇੱਕ ਤਾਂ ਮੈਂ ਜੀ ਕਰ ਲਿਆ, ਤੁਸੀਂ ਬਾਕੀ 8 ਦਾ ਮੈਨੂੰ ਲਿਸਟ ਭੇਜਣੀ ਹੈ, ਕਿਉਂਕਿ ਮੈਂ ਪ੍ਰੋਫੈਸਰ ਤੇ ਇਹ ਜਿਹੜਾ ਸਾਡਾ ਚੈਨਲ ਹੈ ਤੇ ਸਾਡੀ ਪੰਜਾਬੀ ਬੈਠਕ ਜਿਹੜੀ ਹੈ ਜਨਾਬ, ਜੀ ਇਹ ਤੇ ਇੱਕ ਰੈਫਰੈਂਸ ਪ੍ਰੋਗਰਾਮ ਹੋਣਾ ਹੈ ਬਾਅਦ ਦੇ ਸਾਲਾਂ ਬਾਅਦ, ਜਦੋਂ ਮੈਂ ਨਹੀਂ ਹੋਣਾ ਤੇ ਇਨਸ਼ਾਅੱਲਾ ਇਹ ਇਨਸ਼ਾਅੱਲਾ, ਜਾਂ ਸ਼ਾਇਦ ਮੇਰੀ ਜ਼ਿੰਦਗੀ 'ਚ ਹੀ ਇਹ ਰੈਫਰੈਂਸ ਇਨਸ਼ਾਅੱਲਾ ਪ੍ਰੋਗਰਾਮ ਬਣ ਜਾਵੇ। ਔਰ ਇਹੀ ਮੇਰਾ ਖੈਰ ਮਕਸਦ ਵੀ ਹੈਗਾ ਕਿ ਜਿੱਥੇ ਜਿੱਥੇ ਹੈ। ਅੱਛਾ, ਹੁਣ ਜੇ ਮੈਂ ਤੁਹਾਡੀ ਉਸ ਕੰਮ ਤੇ ਆ ਜਾ ਜਿਹੜਾ ਤੁਸੀਂ ਕੀਤਾ ਹੈਗਾ ਜਨਾਬ, ਪਾਕਿਸਤਾਨੀ ਪੰਜਾਬ ਵਿੱਚ ਸਿੱਖ ਧਰਮ, ਇਹਦੇ ਉੱਤੇ ਵੀ ਰੋਸ਼ਨੀ ਪਾਓ ਕਿ ਇਹ ਤੁਹਾਨੂੰ ਕਿਸ ਤਰ੍ਹਾਂ ਖਿਆਲ ਆਇਆ। ਮਤਲਬ ਜਿਸ ਤਰ੍ਹਾਂ ਤੁਸੀਂ ਪਹਿਲੇ ਦੱਸਿਆ ਕਿ ਕਿੰਨਾ ਕੁ ਤੁਸੀਂ ਸਮਝਦੇ ਹੋ ਨਾਰਮਲੀ, ਕਿਉਂਕਿ ਅੱਜ ਕੱਲ ਉਹ ਚਰਚ ਵਾਲਿਆਂ ਵੀ ਜਿਹੜਾ ਵਾਕਿਆ ਹੋਇਆ ਪਾਕਿਸਤਾਨ ਦੇ ਵਿੱਚ ਤੇ ਜੜ੍ਹਾਂ ਵਾਲੇ 'ਚ, ਤੇ ਉਹਦੇ ਵਾਸਤੇ ਵੀ ਅਸੀਂ ਬਹੁਤ ਸ਼ਰਮਿੰਦਾ ਹੈ। ਬਹੁਤ ਜਗ੍ਹਾ ਤੇ ਉੱਤੇ ਅਸੀਂ ਆਪਣੇ ਆਪਣੇ ਪਲੇਟਫਾਰਮ ਤੇ ਕਿਹਾ। ਤੇ ਸਿੱਖਾਂ ਦੇ ਨਾਲ ਕੀ ਖਾਸ ਮੁਹੱਬਤ ਹੈ, ਤੁਸੀਂ ਕੀ ਲੈਂਦੇ ਪੰਜਾਬ? ਮੈਨੂੰ ਤੇ ਪਰਸਪੈਕਟਿਵ ਪਤਾ ਹੈ, ਮੈਂ ਚਾਹਨੀ ਹਾਂ ਕਿ ਜਿਹੜੇ ਤੁਹਾਨੂੰ ਵੇਖ ਰਹੇ ਨੇ, ਜਿਹੜੇ ਸੁਣ ਰਹੇ ਨੇ, ਉਹਨਾਂ ਤੱਕ ਡਾਕਟਰ ਸਾਇਮਾ ਸ਼ਬਾਨ ਕੀ ਦੱਸਣਗੀਆਂ, ਜਿਨ੍ਹਾਂ ਨੇ ਕਿਉਂਕਿ ਇਹਦੇ ਤੇ ਕੰਮ ਵੀ ਕੀਤਾ। ਕੀ ਪਾਕਿਸਤਾਨ 'ਚ ਬੈਠ ਕੇ, ਕਿਉਂਕਿ ਪੂਰੀ ਦੁਨੀਆ ਇਸ ਵਕਤ ਤੁਹਾਨੂੰ ਦੇਖ ਰਹੀ ਹੈ, ਔਰ ਜਿੱਥੇ ਸਾਡੇ ਕੋਲ ਕੁਝ ਲੋਕ ਚਰਚ ਉੱਤੇ ਕਰਦੇ ਆ ਤੇ ਸਾਡੇ ਪਾਕਿਸਤਾਨ ਦਾ ਨਾਂ ਖਰਾਬ ਹੁੰਦਾ ਹੈ, ਸਾਡੇ ਪੰਜਾਬ ਦਾ ਨਾਂ ਖਰਾਬ ਹੁੰਦਾ ਹੈ, ਉੱਥੇ ਤੁਹਾਡਾ ਕੀ ਇਹਦੇ ਬਾਰੇ ਪੁਆਇੰਟ ਆਫ ਵਿਊ ਹੈ? ਸਭ ਤੋਂ ਪਹਿਲੇ ਤੇ ਪਾਕਿਸਤਾਨ ਦਾ ਮਕਸਦ ਹੀ ਇਹੀ ਸੀ ਕਿ ਜਿੰਨੇ ਵੀ ਮਾਈਨੋਰਟੀਜ਼ ਦੇ ਵਿੱਚ ਲੋਕ ਨੇ, ਉਹਨਾਂ ਸਭ ਨੂੰ ਇੱਜ਼ਤ ਔਰ ਇਹਤਰਾਮ ਦਿੱਤਾ ਜਾਏ। ਬੜੇ ਸਗੀਰ ਦੇ ਜਦੋਂ ਵਸ ਰਹੇ ਸੀ ਤੇ ਪਿਆਰ ਮੁਹੱਬਤ ਔਰ ਸਾਰਾ ਕੁਝ ਸੀ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜਿਹੜੇ ਹਾਲਾਤ ਚੇਂਜ ਹੋਏ, ਜਿਹੜੇ ਡਾਇਮੈਂਸ਼ਨ ਚੇਂਜ ਹੋਏ, ਜਿਹੜੀ ਆਪੋ ਤਾਪੀ ਪਈ, ਉਹ ਸਭ ਨੂੰ ਪਤਾ ਹੈ। ਅੱਜ ਪਾਕਿਸਤਾਨ ਦੇ ਵਿੱਚ ਜਿੱਥੋਂ ਤੱਕ ਸਿੱਖ ਧਰਮ ਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਐਸੋਸੀਏਟ ਕੀਤਾ ਜਾਂਦਾ ਹੈ, ਮੁੰਸਲਿਕ ਕੀਤਾ ਜਾਂਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਸਿਰਫ ਪੰਜਾਬੀ ਜ਼ੁਬਾਨ ਦੇ ਪੁਆਇੰਟ ਆਫ ਵਿਊ ਦੇ ਨਾਲ ਜਿੰਨਾ ਆਦਰ ਉਹਨਾਂ ਨੂੰ ਦਿੱਤਾ ਜਾਂਦਾ ਨਾ, ਸ਼ਾਇਦ ਉਹ ਕਿਸੇ ਹੋਰ ਮੁਲਕ ਵਿੱਚ ਨਹੀਂ ਦਿੱਤਾ ਜਾਂਦਾ। ਜਿੱਥੋਂ ਤੱਕ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਇੱਥੇ ਜਿੰਨੇ ਵੀ ਸਿੱਖ ਨੇ, ਉਹਨਾਂ ਦੀ ਕਿਤਾਬਾਂ ਨੂੰ, ਉਹਨਾਂ ਦੀ ਕੈਨੇਡਾ ਤੋਂ ਆਉਣ ਨੂੰ, ਕਾਨਫਰੰਸਾਂ ਵਿੱਚ, ਵਰਕਸ਼ਾਪਾਂ ਦੇ ਇੱਕ ਖਾਸ ਵੈਲਿਊ ਦਿੱਤੀ ਜਾਂਦੀ ਹੈ। ਔਰ ਬਾਕੀ ਵੀ ਮਾਈਨੋਰਟੀਜ਼ ਨੂੰ ਜਿਹੜੇ ਇੱਕ ਖੋਜਵਾਨ ਹੁੰਦਾ ਹੈ, ਜਿਹੜਾ ਇੱਕ ਮੁਹੱਬਤ ਕਰਨ ਵਾਲਾ ਹੈ, ਜਾਂ ਪਾਕਿਸਤਾਨੀ ਤੁਸੀਂ ਕਹਿ ਲਓ, ਉਹਦੀ ਅਪਰੋਚ ਔਰ ਮਾਈਂਡਸੈਟ ਹੋ ਰਹੇ। ਔਰ ਜਿਹੜੇ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਛੋਟਾ ਤਬਕਾ, ਜਿਹੜਾ ਸ਼ੈਤਾਨ ਤਬਕਾ ਮੈਂ ਉਹਨੂੰ ਕਹਿੰਦੀ ਹਾਂ, ਜਿਹੜਾ ਕਿ ਨਾ ਜਾਣ ਕੇ ਤੀਲੀ ਥੋੜੀ ਜੀ ਤੀਲੀ ਲਾ ਕੇ ਤੇ ਉਹਨੇ ਅੱਗ ਲਾਣੀ ਹੁੰਦੀ ਹੈ। ਫਿਰ ਤੁਹਾਨੂੰ ਪਤਾ ਹੈ, ਅਸੀਂ ਕਿਉਂਕਿ ਬਾਹਰ ਰਹਿ ਰਹੇ ਹਾਂ ਨਾ, ਮੇਰੇ ਵਗਰੇ ਬਹੁਤ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿੰਨੇ ਪੰਜਾਬੀ ਹੈ, ਸਾਡਾ ਤੇ ਆਪਸ ਚ ਬਹੁਤ ਪਿਆਰ ਹੈ, ਬਹੁਤ ਮੋਹ ਹੈ। ਸਾਨੂੰ ਤੇ ਲੱਗਦਾ ਅਸੀਂ ਇੱਕ ਫੈਮਿਲੀ ਆ, ਕੋਈ ਫਰਕ ਵਾਲੀ ਗੱਲ ਨਹੀਂ ਹੈ। ਅਸੀਂ ਦੂਸਰੀ ਕਮਿਊਨਿਟੀਜ਼ ਨੂੰ, ਫਿਰ ਕੋਈ ਇਹੋ ਜਿਹਾ ਵਾਕਿਆ ਹੁੰਦਾ ਹੈ ਨਾ, ਤੇ ਫਿਰ ਸਾਡਾ ਨਾਂ, ਇਹੋ ਜਿਹੇ ਲੋਕ ਜਦੋਂ ਸਾਡੇ ਦੇਸ਼ ਦਾ, ਮੁਲਕ ਦਾ ਨਾਂ ਇੱਕ ਉਹਨਾਂ ਦਾ ਇਮੇਜ ਖਰਾਬ ਕਰਦੇ ਨੇ, ਫਿਰ ਸਾਡੇ ਦਿਲ ਨੂੰ ਬੜੀ ਤਕਲੀਫ ਹੁੰਦੀ ਹੈ। ਮਤਲਬ ਕਿ ਸਾਡਾ ਤੇ ਆਪਸ ਚ ਬਹੁਤ ਪਿਆਰ ਹੈ ਇੱਥੇ, ਕ੍ਰਿਸਚੀਅਨਸ ਨਾਲ, ਆਪਣਾ ਸਿੱਖਾਂ ਨਾਲ, ਹਿੰਦੂਆਂ ਨਾਲ, ਈਵਨ ਬਹੁਤ ਅੱਛਾ, ਇੱਕ ਦੂਜਿਆਂ ਨਾਲ ਭੈਣ ਭਰਾਵਾਂ ਤੋਂ ਵੱਧ ਅਸੀਂ ਰਹਿ ਰਹੇ ਹਾਂ। ਪਰਦੇਸਾਂ 'ਚ ਰਹਿਣ, ਦੇਖੋ ਜੀ, ਭੈਣ ਭਰਾ ਤੇ ਪਿੱਛੇ ਰਹਿ ਗਏ, ਖੂਨ ਦੇ ਰਿਸ਼ਤੇ ਦੂਰ ਨੇ, ਸਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ ਅਸੀਂ ਉਹਨਾਂ ਨਾਲ ਖੜੇ ਹਾਂ, ਉਹ ਸਾਡੇ ਨਾਲ ਖੜੇ ਨੇ। ਤੇ ਅੱਛਾ, ਇੱਕ ਤਾਲੀਮ ਹੈ ਜਿਹੜੀ ਹੈ ਸਾਰਾ ਕੁਝ, ਸਾਰਾ ਸਿਨੈਰੀਓ ਚੇਂਜ ਕਰ ਸਕਦੀ ਹੈ। ਤੇ ਮੇਰਾ ਗੈਪ ਦਾ, ਮੇਰੀ ਫਿਲ ਕਰਨ ਦਾ ਮਕਸਦ ਵੀ ਇਹੀ ਹੈ ਕਿ ਇੱਕ ਸਿਰਫ ਐਜੂਕੇਸ਼ਨ ਹੀ ਜ਼ਰੀਆ ਹੈ ਜਿਹੜੇ ਛੋਟੇ ਛੋਟੇ ਜਗ੍ਹਾ ਤੇ, ਹਰ ਜਗ੍ਹਾ ਤੇ ਜਿਹੜੀ ਖਾਲੀ ਇੱਟ ਹੈ ਨਾ, ਉਹਨੂੰ ਪੂਰਾ ਕਰੇਗੀ। ਤੇ ਜਦੋਂ ਐਜੂਕੇਸ਼ਨ ਆ ਜਾਂਦੀ ਹੈ ਤੇ ਇਹੋ ਜਿਹੇ ਵਾਕਿਆਤ ਵੀ ਨਾ ਘੱਟ ਹੋਣੇ ਸ਼ੁਰੂ ਹੋ ਜਾਂਦੇ ਜਾਂ ਨਹੀਂ ਹੁੰਦੇ। ਔਰ ਬਾਕੀ ਜਿੱਥੋਂ ਤੱਕ ਸਿੱਖਾਂ ਦਾ ਵੀ, ਤੁਸੀਂ ਇੱਥੋਂ ਅੰਦਾਜ਼ਾ ਕਰੋ ਕਿ ਸਿੱਖ ਧਰਮ ਦੇ ਜਿਹੜਾ ਸਿਲੇਬਸ ਸੀ, ਸਿੱਖ ਮਤ ਦਾ ਬਣਾ ਰਹੇ ਸੀ। ਤੇ ਮੇਰਾ ਤਾਲੁਕ ਕੋਈ ਵੀ ਪੰਜਾਬੀ ਐਜੂਕੇਸ਼ਨ ਨਾਲ ਨਹੀਂ ਹੈ, ਮੈਂ ਟੀਚਿੰਗ ਨਹੀਂ ਕਰਦੀ, ਮੈਂ ਕਿਸੇ ਵੀ ਐਜੂਕੇਸ਼ਨ ਸੈਕਟਰ ਦੇ ਨਾਲ ਮਨਸੂਬ ਨਹੀਂ ਆ, ਲੇਕਿਨ ਫਿਰ ਵੀ ਮੇਰਾ ਨਾਂ ਐਜ਼ ਅ ਰਿਵਿਊਅਰ ਦੇ ਉਹਨਾਂ ਨੇ ਐਕਸੈਪਟ ਵੀ ਕੀਤਾ। ਔਰ ਇੱਕ ਮੇਰੇ ਵਾਸਤੇ ਓਨਰ ਦੀ ਗੱਲ ਸੀ ਕਿ ਬੀਇੰਗ ਮੁਸਲਿਮ, ਮੈਂ ਉਹਨਾਂ ਸਭ ਦੇ ਨਾਲ, ਇਕਬਾਲ ਕੈਸਰ ਸਾਹਿਬ ਸੀ ਨਾਲ, ਔਰ ਨਾਲ ਸਿਵਲ ਲਾਈਨ ਸੇ ਪ੍ਰਿੰਸੀਪਲ ਐਨ ਸੀ, ਤੇ ਮਤਲਬ ਉਹਨਾਂ ਦੇ ਨਾਲ ਉਹ ਤੇ
ਕਿਉਂਕਿ ਐਜੂਕੇਸ਼ਨ ਔਰ ਬੜੇ ਉੱਚੇ ਨਾਂ ਨੇ ਉਹਨਾਂ ਦੇ ਨਾਲ ਮੇਰੇ ਇੱਕ ਛੋਟੇ ਜਿਹੇ ਬੰਦੇ ਦਾ ਨਾਂ ਜਿਹੜਾ ਹੈ ਵੀ ਨਹੀਂ ਇਸ ਦਾਇਰੇ ਵਿੱਚ, ਸਿਰਫ ਛੋਟੀ ਛੋਟੀ ਕੋਸ਼ਿਸ਼ ਦੇ ਵਿੱਚ। ਇਹ ਨਾ ਤੁਸੀਂ ਗੱਲ ਕਿਆ ਕਰੋ, ਇਹ ਤੁਸੀਂ ਮੈਨੂੰ ਆਫ ਦਾ ਰਿਕਾਰਡ ਵੀ ਕਿਹਾ, ਕਿਉਂ ਨਹੀਂ? ਤੁਹਾਡੀ ਕੰਟਰੀਬਿਊਸ਼ਨ ਹੈ, ਤੁਹਾਡੇ ਕੰਮ ਨਹੀਂ ਤੁਹਾਨੂੰ ਇੱਥੇ ਤੱਕ ਲੈ ਕੇ ਆਏ। ਔਰ ਇਕਬਾਲ ਕੈਸਰ ਵਗੈਰੇ ਇੰਨੇ ਸੀਨੀਅਰ ਬੰਦਿਆਂ ਦੇ ਨਾਲ ਜੇ ਤੁਸੀਂ ਖਲੋਤੇ ਹੋ ਤੇ ਤੁਹਾਡੇ ਕੰਮ ਦੀ ਵਜ੍ਹਾ ਨਾਲ। ਤੇ ਲੋ ਜੀ, ਟਾਈਮ ਦਾ ਮੈਨੂੰ ਪਤਾ ਹੀ ਨਹੀਂ ਚੱਲਿਆ, ਜੇ ਰਹਿ ਗਏ ਜਾਂ 1.5 ਮਿੰਟ ਸਾਡੇ ਕੋਲ। ਔਰ ਇੰਨੀ ਜਲਦੀ ਜਲਦੀ ਗੱਪਸ਼ਪ, ਮੈਨੂੰ ਤੇ ਹਲੇ ਬੜੀਆਂ ਗੱਲਾਂ ਕਰਨੀਆਂ ਸੀ ਤੇ ਪੁੱਛਣੀਆਂ ਸੀ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਕੋਈ ਪੈਗਾਮ ਤੁਸੀਂ ਇਸ ਪੰਜਾਬੀ ਬੈਠਕ ਦੀ ਰਾਹੀਂ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਦੇਣਾ ਚਾਹੋ, ਸਿੱਖ ਮਿੱਤਰਾਂ ਨੂੰ, ਹਿੰਦੂਆਂ ਨੂੰ, ਕ੍ਰਿਸਚੀਅਨਸ ਨੂੰ, ਤੇ ਮਾਈਕ ਤੁਹਾਡੇ ਹੱਥ 'ਚ ਹੈ 1 ਮਿੰਟ ਵਾਸਤੇ। ਅੱਛਾ, 1 ਮਿੰਟ ਦੇ ਵਿੱਚ ਇਹੀ ਮੈਂ ਕਹਾਂਗੀ ਸਭ ਨੂੰ, ਬਲਕਿ ਸ਼ਕੀਲਾ ਜਬੀ ਦੀ ਮੈਨੂੰ ਨਜ਼ਮ ਯਾਦ ਆ ਰਹੀ, ਉਹਦੀ ਥੋੜਾ ਜਿਹਾ ਸ਼ੇਰ ਹੀ ਸੁਣਾਵਾਂਗੀ ਜੀ ਕਿ ਜੀ, ਭੁੱਲ ਬਿਸਮਿਲ੍ਲਾ। ਗਈ ਰੱਬ ਮੈਨੂੰ ਕਿਉਂ ਕੱਲਿਆ, ਚੋਗਾ ਚੋਗਾ ਵੇਖ ਮੈਂ ਚੁਗਣ ਲੱਗ ਪਈ, ਅਗਾਂ ਅਗਾਂ ਹੋਰ ਅਗਾਂ ਟੁਰਨ ਲੱਗ ਪਈ, ਚੋਗੇ ਉਤੋਂ ਨਹੀਂ ਸਿਰ ਚੁੱਕਿਆ, ਧਰਤੀ ਦੀ ਛਾਤੀ ਫੋਲ ਮਾਲ ਲੁੱਟਿਆ, ਲਾ ਲਾ ਢੇਰੀਆਂ ਮੈਂ ਥਾਂ ਮੱਲਿਆ, ਭੁੱਲ ਗਈ ਰੱਬ ਮੈਨੂੰ ਕਿਉਂ ਕੱਲਿਆ। ਵਾਹ ਤੇ ਸਾਨੂੰ ਵਾਹ, ਮਕਸਦ ਯਾਦ ਕਰਨਾ ਚਾਹੀਦਾ ਹੈ ਕਿ ਰੱਬ ਨੇ ਸਾਨੂੰ ਕਿਉਂ ਕੱਲਿਆ ਹੈ। ਇਕੱਠਾ ਕਰਨਾ ਸਾਰਾ ਕੁਝ, ਦੀਨ ਦੇ ਵਿੱਚ ਤਫਰੀਕ, ਬੰਦਿਆਂ ਵਿੱਚ ਤਫਰੀਕ ਹੈ, ਸਾਰਾ ਕੁਝ ਖਤਮ ਕਰਕੇ ਤੇ ਇਨਸਾਨੀਅਤ ਦੇ ਪੁਆਇੰਟ ਆਫ ਵਿਊ ਦੇ ਨਾਲ, ਹਰ ਮਜ਼ਹਬ ਦਾ ਇਹਤਰਾਮ ਕਰਕੇ, ਹਰ ਜ਼ੁਬਾਨ ਨੂੰ ਆਦਰ ਦੇ ਕੇ ਨਾ ਆਪਣਾ ਜਿਹੜਾ ਨਾ ਹਿੱਸਾ ਪਾਣਾ ਚਾਹੀਦਾ। ਬਿਲਕੁਲ ਬਹੁਤ ਸਹੀ ਸ਼ੁਕਰੀਆ। ਤੁਸੀਂ ਕਿਹਾ ਜੀ। ਬਹੁਤ ਬਹੁਤ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ। ਔਰ ਡਾਕਟਰ ਸਾਇਮਾ, ਬਿਲਕੁਲ ਮੇਰੀ ਕੱਲ ਹੀ ਮੁਲਾਕਾਤ ਹੋਈ ਆਪਣੇ ਇੱਕ ਬਹੁਤ ਸਾਡੇ ਮਿੱਤਰ ਆ, ਰਾਜਸੂਦ ਜੀ, ਉਹ ਹਿੰਦੂ ਨੇ, ਉਹ ਕਰ ਰਹੇ ਨੇ ਗਿਮੀ ਸਾਹਿਬ ਦੀ ਕਿਤਾਬ ਖੋਜ ਦੀ ਦਾ ਲਿਪੀ ਅੰਤਰ, ਔਰ ਉਹ ਜਲਦੀ ਆਵੇਗੀ ਪੰਜਾਬੀ ਜ਼ੁਬਾਨ ਦਾ ਇੱਕ ਕਿਤਾਬ। ਤੁਸੀਂ ਦੇਖੋ ਅਸੀਂ ਇੰਜ ਜੁੜੇ ਦੇ ਹਾਂ। ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦੇ ਮਿੱਤਰ ਆਏ ਸਨ, ਸਰਦਾਰ ਸੀ, ਉਹਨਾਂ ਨੇ ਮੈਨੂੰ ਕਿਹਾ ਜਿਹੜੀ ਗੱਲ ਮੈਂ ਹੁਣ ਕੋਟ ਕਰਨ ਲੱਗੀ ਆ ਜਾਂਦੇ ਜਾਂਦੇ, ਉਹ ਕਹਿਣ ਲੱਗੇ ਜੀ ਜੋ ਸਾਡੇ ਬਾਬਾ ਜੀ ਨੇ ਦੱਸਿਆ ਉਹ ਤੁਹਾਡੇ ਮੁਹੰਮਦ ਸਾਹਿਬ ਨੇ ਦੱਸਿਆ, ਤੇ ਫਰਕ ਤੇ ਕੋਈ ਨਹੀਂ ਹੈ। ਸਾਡੇ ਨਾਲ ਭਾਈ ਮਰਦਾਨਾ, ਤੁਹਾਡੇ ਨਾਲ ਬਾਬਾ ਗੁਰੂ ਨਾਨਕ, ਤੇ ਸਾਨੂੰ ਇੰਜ ਹੀ ਪਿਆਰ ਤੇ ਪੀਸ ਦਾ ਲੈ ਕੇ ਚੱਲਣਾ। ਤੇ ਜਨਾਬ ਬਹੁਤ ਬਹੁਤ ਸ਼ੁਕਰੀਆ ਆਮਨ ਦਾ। ਤੇ ਗਿਮੀ ਟੀਵੀ ਜਿਹੜਾ ਵਾ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਵੀ ਬੁਲਾਏਗਾ। ਇਜਾਜ਼ਤ ਚਾਹਾਂਗੀ, ਰੱਬ ਰੱਖਾ। बहुत शुक्रिया।